ਜਿਹੜੇ ਅਸੀਂ 485 ਕੈਂਡੀਡੇਟ ਜਿਨ੍ਹਾਂ ਨੂੰ ਅਜੇ ਜੁਆਇਨਿੰਗ ਲੈਟਰਸ ਮਿਲੀਆਂ ਨੇ ਕਾਲਜ ਹੀ ਮਿਲਨੇ ਸੀਗੇ, ਸਾਨੂੰ ਕੋਈ ਆਸ ਨਹੀਂ ਨਜ਼ਰ ਆਉਂਦੀ ਕਿ ਸਾਨੂੰ ਕੋਈ ਕਾਲਜ ਮਿਲੇਗਾ। ਔਰ ਜਿਹੜੇ ਸਾਡੇ ਤੋਂ ਪਿੱਛੇ ਬਾਕੀ ਰਿਮੇਨਿੰਗ ਕੈਂਡੀਡੇਟਸ ਆ ਉਹਨਾਂ ਦੇ ਲਿਸਟਾਂ ਵੀ ਨਹੀਂ ਪਈਆਂ। ਸੋ ਇਹ ਬੜੀ ਵੱਡੀ ਤਰਾਸਦੀ ਆ ਪੰਜਾਬ ਦੇ ਇਤਿਹਾਸ ਵਿੱਚ ਕਿ ਸਹਾਇਕ ਪ੍ਰੋਫੈਸਰਾਂ ਨਾਲ, ਲਾਇਬ੍ਰੇਰੀ ਨਾਲ ਇੰਨਾ ਕੁ ਮਾੜਾ ਸਲੂਕ। ਇਹ ਦੱਸੋ, ਇੰਨੇ ਯੋਗ ਹੋਣ ਦੇ ਬਾਵਜੂਦ ਵੀ ਸਾਨੂੰ ਸੜਕਾਂ 'ਤੇ ਰੁਲਣਾ ਪਿਆ। ਅਸੀਂ ਫਿਰ ਸ਼ਾਂਤੀਮਈ ਪ੍ਰਦਰਸ਼ਨ ਕੀਤੇ, ਸੰਗਰੂਰ ਵਿੱਚ ਧਰਨਾ ਲਗਾਇਆ, ਅਸੀਂ ਲੁਧਿਆਣਾ ਵਿੱਚ ਵੀ ਭਗਵੰਤ ਮਾਨ ਸਾਹਿਬ ਕੋਲ ਗਏ ਕਿ ਸਾਨੂੰ ਜਿਹੜਾ ਤੁਸੀਂ ਸਾਡੀ ਭਰਤੀ ਪੂਰੀ ਕਰੋ, ਕਿਉਂਕਿ ਉਹ ਝੰਡਾ ਚਲਾਉਣ ਆਏ ਸੀਗੇ। ਬਟ ਸਾਡੀ ਗੱਲ ਸੁਣਨ ਦੀ ਬਜਾਏ ਸਾਨੂੰ ਥਾਣਿਆਂ 'ਚ ਬੰਦ ਕਰ ਦਿੱਤਾ ਗਿਆ, ਸਾਨੂੰ ਸੀਐਮ ਦੇ ਕੋਲ ਜਾਣ ਨਹੀਂ ਦਿੱਤਾ ਗਿਆ। ਕੋਈ ਲਾਠੀਚਾਰਜ ਵੀ ਦਸਤਖਤ ਕੀਤਾ? ਹਾਂਜੀ ਬਿਲਕੁਲ ਸਰ, ਬਿਲਕੁਲ। ਫਿਰ ਅਸੀਂ ਬਰਨਾਲਾ ਵਿੱਚ ਸਾਡੇ ਮਾਨਯੋਗ ਸਿੱਖਿਆ ਮੰਤਰੀ ਉਚੇਰੀ ਸਿੱਖਿਆ ਦੇ ਮੀਤ ਹੇਅਰ ਉਹਨਾਂ ਦੇ ਅਸੀਂ ਜਿਹੜਾ ਹੋਮ ਟਾਊਨ ਦੇ ਵਿੱਚ ਅਸੀਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ। ਸਿਰਫ ਮੀਟਿੰਗ ਹੀ ਲੈਣ ਵਾਸਤੇ ਗਏ ਸੀਗੇ ਅਸੀਂ ਕੈਂਡੀਡੇਟਸ। ਸਾਨੂੰ ਮੀਟਿੰਗ ਦੇਣ ਦੀ ਬਜਾਏ ਸਾਡੇ ਉੱਪਰ ਲਾਠੀ ਚਾਰਜ ਕੀਤਾ ਗਿਆ। ਲਾਠੀ ਚਾਰਜ ਕਰਨ ਵੇਲੇ ਇਹ ਕਿਹਾ ਗਿਆ ਜੀ ਸਾਨੂੰ ਸਰਕਾਰ ਵੱਲੋਂ ਹੁਕਮ ਹੈ ਕਿ ਅਸੀਂ ਲਾਠੀ ਚਾਰਜ ਤੁਹਾਡੇ ਉੱਪਰ ਕਰ ਸਕਦੇ ਹਾਂ। ਹਾਂਜੀ, ਪਰ ਉਸ ਦੇ ਵਿੱਚ ਸਭ ਤੋਂ ਜਿਹੜਾ ਨਕੰਮਾਪਨ ਸਰਕਾਰ ਦਾ ਨਜ਼ਰ ਆਇਆ, ਜੋ ਮੈਨੂੰ ਮੇਰੀ ਪਰਸਨਲ ਵੀ ਗੱਲਬਾਤ ਹੋਈ ਪੁਲਿਸ ਕਰਮਚਾਰੀਆਂ ਨਾਲ, ਉਹ ਇਹ ਨਜ਼ਰ ਆਇਆ ਕਿ ਜਿਹੜੇ ਪੁਲਿਸ ਜੈਂਟਸ ਲੋਕ ਨੇ ਉਹਨਾਂ ਨੇ ਲੇਡੀਜ਼ ਨੂੰ ਕੁੱਟਿਆ। ਔਰ ਤੁਸੀਂ ਵੀਡੀਓਜ਼ ਵੀ ਦੇਖੋਗੇ ਕਿ ਸਾਡੇ ਇਸ ਤਰ੍ਹਾਂ ਇੱਕ ਕੈਂਡੀਡੇਟ ਨੇ ਜਿਨ੍ਹਾਂ ਨੇ ਅਮਿਤਾਭ ਬੱਚਨ ਦਾ ਸ਼ੋਅ KBC ਵਿੱਚ 1,60,000 ਰੁਪਇਆ ਜਿੱਤਿਆ। ਉਸ ਲੜਕੀ ਦੀ ਇਸ ਤਰ੍ਹਾਂ ਦੀ ਸੰਘਰਸ਼ਮਈ ਕਹਾਣੀ ਆ ਕਿ ਉਹਦੇ ਫਾਦਰ ਜਿਹੜੇ ਉਸ ਲੜਕੀ ਦੇ ਰੇਹੜੀ ਦੇ ਬੂਟੇ ਵੇਚਦੇ ਆ। ਔਰ ਉਹ ਵੀ ਇੰਨੇ ਸਟਰਗਲ ਨਾਲ ਲੜਕੀ ਵਜੀਫਿਆਂ ਪੜ੍ਹੀ ਜਿਸ ਤਰ੍ਹਾਂ ਮੈਂ ਪੜ੍ਹੀ ਹਾਂ ਫੈਲੋਸ਼ਿਪ ਦੇ ਬੇਸ 'ਤੇ, ਔਰ ਉਸ ਦੀਆਂ ਲੱਤਾਂ ਦੇ ਡੰਡੇ ਵਰਸਾਏ ਗਏ। ਇੱਕ ਸਾਡਾ ਹੈਂਡੀਕੈਪਡ ਕੈਂਡੀਡੇਟ ਡਾਕਟਰ ਜੋਧ, ਉਹਨਾਂ ਦੇ ਉੱਪਰ ਉਹਨਾਂ ਦੀ ਉਸੇ ਲੱਤ 'ਤੇ ਪੁਲਿਸ ਨੇ ਲਾਠੀਆਂ ਮਾਰੀਆਂ ਜਿੱਤੇ ਉਹਨਾਂ ਨੂੰ ਪ੍ਰੋਬਲਮ ਸੀਗੀ। ਸੋ ਇੰਨਾ ਕਿ ਸਾਡੇ 'ਤੇ ਜ਼ੁਲਮ ਢਾਇਆ ਗਿਆ। ਫਿਰ ਇਸ ਤੋਂ ਬਾਅਦ ਹੱਦ ਹੀ ਵੱਧ ਗਈ ਪੁਲਿਸ ਦੇ ਜ਼ੁਲਮਾਂ ਦੀ, ਜਦੋਂ ਸਾਨੂੰ ਇਹਨਾਂ ਨੇ ਮਹਿਲ ਕਲਾਂ, ਤਪਾ ਤੇ ਭਦੌੜ ਦੇ ਥਾਣਿਆਂ ਵਿੱਚ ਬੰਦ ਕਰਤਾ। ਫਿਰ ਦੇਖੋ ਇੰਨਾ ਕੁ ਅਸੀਂ ਇਹਨਾਂ ਨੂੰ ਕਿਹਾ, ਲੇਡੀਜ਼ ਨੇ ਖਾਸ ਤੌਰ 'ਤੇ ਗੁਹਾਰ ਕੀਤੀ ਤੇ ਕਈਆਂ ਦੇ ਬੱਚੇ ਛੋਟੇ ਸੀਗੇ ਤੇ ਸਾਨੂੰ ਘਰ ਵਾਪਸ ਭੇਜੋ, ਪਰ ਪੁਲਿਸ ਅਫਸਰ ਸਾਡੇ ਸੁਣਨ ਦੀ ਬਜਾਏ ਸਾਨੂੰ ਕਹਿ ਰਹੇ ਸੀ ਤੁਹਾਡੇ 'ਤੇ ਪਰਚਾ ਕਰਨਾ। ਸਾਨੂੰ ਧਮਕਾਇਆ ਗਿਆ ਪਰਚਾ ਕਰਨ ਵਾਸਤੇ, ਬੜਾ ਕੁਝ ਸਾਡੇ ਨਾਲ ਕੀਤਾ ਗਿਆ। ਜਦ ਕਿ ਕਾਨੂੰਨਨ ਨਾ 7 ਵਜੇ ਤੋਂ ਬਾਅਦ ਲੇਡੀ ਨੂੰ ਥਾਣੇ ਵਿੱਚ ਨਹੀਂ ਰੱਖ ਸਕਦੇ, ਪਰ ਸਾਨੂੰ ਬੜੀ ਸ਼ਰਮ ਆਉਂਦੀ। ਮੈਨੂੰ ਇਹ ਗੱਲ ਦੱਸਦੇ ਹਾਂ ਕਿ ਸਾਨੂੰ ਲੇਡੀਜ਼ ਨੂੰ ਰਾਤ 12 ਵਜੇ ਫ੍ਰੀ ਕੀਤਾ ਇਹਨਾਂ ਨੇ। ਬਹੁਤ ਹੀ ਇਹ ਜ਼ਿੰਦਗੀ 'ਚ ਕਦੀ ਵੀ ਸਾਨੂੰ ਇਹ ਜ਼ੁਲਮ ਭਰਿਆ ਸਮਾਂ ਨਹੀਂ ਭੁੱਲ ਸਕਦਾ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ ਤੇ ਮੈਂ ਹਰਪਿੰਦਰ ਸਿੰਘ ਸਸੋਆ ਤਰਨਤਾਰਨ ਤੋਂ। ਲੰਬੇ ਸਮੇਂ ਤੋਂ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਸੰਘਰਸ਼ ਕਰ ਰਹੇ ਨੇ ਡਾਕਟਰ ਅੰਮ੍ਰਿਤ ਕੌਰ। ਅੱਜ ਅਸੀਂ ਤੁਹਾਡੇ ਰੂਬਰੂ ਕਰਾਵਾਂਗੇ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮੈਡਮ, ਗੁਰਬਾਣੀ ਅਖੰਡ ਬਾਣੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ। ਗੁਰਬਾਣੀ ਅਖੰਡ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਜੋ ਦੇਸ਼ ਵਿਦੇਸ਼ 'ਚ ਬੈਠੀਆਂ ਨੇ, ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ। ਔਰ ਸਪੈਸ਼ਲੀ ਸਰ ਦਾ, ਹਰਪਿੰਦਰ ਸਰ ਦਾ, ਕਿ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ। ਮੈਡਮ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ, ਤੁਸੀਂ ਆਪਣੇ ਨਾਮ ਅੱਗੇ ਡਾਕਟਰ ਲਿਖਦੇ ਹੋ, ਇਹਦੇ ਬਾਰੇ ਥੋੜ੍ਹਾ ਜਾਣਕਾਰੀ ਦਿਓ। ਹਾਂਜੀ ਜ਼ਰੂਰ ਜੀ। ਡਾਕਟਰ ਜੋ ਮੇਰੇ ਨਾਮ ਦੇ ਨਾਲ ਲੱਗਾ ਹੋਇਆ, ਇਹ ਮੇਰਾ ਇੱਕ ਸੁਪਨਾ ਸੀਗਾ ਕਿ ਮੇਰੇ ਨਾਮ ਦੇ ਨਾਲ ਡਾਕਟਰ ਲੱਗੇ। ਮੈਂ ਕੋਈ ਪੇਸ਼ੇ ਵਜੋਂ ਕੋਈ MBBS ਡਾਕਟਰ ਜਾਂ MD ਨਹੀਂ ਆ। ਮੈਂ PhD ਕੀਤੀ ਹੋਈ ਆ, ਮੇਰੇ ਕੋਲ ਡਾਕਟਰੇਟ ਦੀ ਡਿਗਰੀ ਆ। ਜੇ ਮੈਂ ਆਪਣੀਆਂ ਵਿਦਿਅਕ ਯੋਗਤਾਵਾਂ ਬਾਰੇ ਦੱਸਾਂ ਤਾਂ ਮੈਂ MA ਹਿਸਟਰੀ ਪੰਜਾਬੀ, MEd, MPhil ਔਰ PhD ਹਾਂ। ਔਰ ਇਹ ਸਾਰੀ ਜਿਹੜੀ ਮੈਂ ਆਪਣੀ ਸਟੱਡੀ ਆ, ਤਕਰੀਬਨ ਜਿਸ ਤਰ੍ਹਾਂ BEd, MPhil, PhD, ਮੈਂ ਸਾਰੀ ਐਂਟਰੈਂਸ ਟੈਸਟ ਜਿਹੜੇ ਆ ਫਸਟ ਡਿਵੀਜ਼ਨ 'ਚ ਪਾਸ ਕਰਕੇ ਕੀਤੀ ਆ ਸਾਰੀ। ਔਰ ਇਸ ਤੋਂ ਇਲਾਵਾ PhD ਤੋਂ ਬਾਅਦ ਵੀ ਮੈਂ ਆਪਣੀ ਪੜ੍ਹਾਈ ਜਿਹੜੀ ਛੱਡੀ ਨਹੀਂ ਆ। ਪੜ੍ਹਾਈ ਦੇ ਸ਼ੌਂਕ ਨੇ ਹੀ ਮੈਨੂੰ ਇੱਥੋਂ ਤੱਕ ਲੈ ਆਂਦਾ ਕਿ ਮੈਂ ਡਾਕਟਰ ਬਣ ਗਈ, ਮੇਰੇ ਨਾਮ ਦੇ ਨਾਲ ਡਾਕਟਰ ਲੱਗ ਗਿਆ। ਮੇਰੀ ਇਤਿਹਾਸ ਵਿਸ਼ੇ ਵਿੱਚ ਜਿਹੜੀ ਮੇਰੀ ਖੋਜ ਆ, ਗੁਰੂ ਸਾਹਿਬਾਨ ਨੇ ਜਿਹੜੇ ਨਗਰ ਵਸਾਏ ਉਹਨਾਂ ਦੇ ਉੱਪਰ ਆ। ਮੇਰਾ ਟੌਪਿਕ ਸੀਗਾ ਸਿੱਖੀਜ਼ਮ ਐਂਡ ਅਰਬਨਾਈਜੇਸ਼ਨ ਇਨ ਦਾ ਮੁਗਲ ਪੰਜਾਬ, ਅਤੇ ਟਾਈਮ ਸੀਗਾ 1526 ਤੋਂ ਲੈ ਕੇ 1707 ਤੱਕ ਦਾ। ਸੋ ਇਸ ਕਰਕੇ ਡਾਕਟਰੇਟ ਦੀ ਡਿਗਰੀ ਮਿਲਣ ਦੇ ਨਾਲ ਮੇਰੇ ਨਾਮ ਦੇ ਨਾਲ ਡਾਕਟਰ ਲੱਗ ਗਿਆ ਅਤੇ ਸਿੰਪਲ ਜਿਹੀ ਅੰਮ੍ਰਿਤ ਕੌਰ ਤੋਂ ਡਾਕਟਰ ਅੰਮ੍ਰਿਤ ਕੌਰ ਬਣ ਗਈ। ਮੈਡਮ, ਦਰਸ਼ਕਾਂ ਨੂੰ ਦੱਸੋ ਕਿ ਇਸ ਸੰਘਰਸ਼ ਦੇ ਵਿੱਚ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਅਜੇ ਤੱਕ ਤੁਹਾਨੂੰ ਇੰਨੀਆਂ ਡਿਗਰੀਆਂ ਹੋਣ ਦੇ ਬਾਵਜੂਦ ਵੀ ਤੁਹਾਨੂੰ ਸਰਕਾਰੀ ਜੋਬ ਨਹੀਂ ਮਿਲੀ? ਹਾਂਜੀ ਸਰ, ਬਹੁਤ ਜ਼ਿਆਦਾ ਮੇਰੀ ਜਿਹੜੀ ਕਹਾਣੀ ਹੈ ਬੜੀ ਸੰਘਰਸ਼ਮਈ ਹੈ ਅਤੇ ਦਰਦਨਾਕ ਵੀ ਆ। ਜੇ ਮੈਂ ਆਪਣੀ ਦੇਖਾਂ, ਸ਼ੁਰੂ ਦਾ ਮੇਰਾ ਜਿਹੜਾ ਐਕੈਡੈਮਿਕ ਕਰੀਅਰ ਆ 1975 ਤੋਂ ਸ਼ੁਰੂ ਹੋ ਕੇ 2018 ਤੱਕ, ਇਹ ਮੇਰਾ ਸਾਰਾ ਵਿਦਿਅਕ ਸਫ਼ਰ ਆ। ਇਸੇ ਵਿੱਚ ਮੈਂ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ, ਕਾਲਜ ਦੀ ਪੂਰੀ ਕੀਤੀ।
ਫਿਰ ਫਾਦਰ ਦੀ ਡੈਥ ਹੋਣ ਤੋਂ ਬਾਅਦ ਪਰਿਵਾਰ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਗਈਆਂ ਕਿ ਘਰ ਦੀ ਜ਼ਿੰਮੇਵਾਰੀ ਸਿਰ ਤੇ ਆਣ ਪਈ, ਪਰ ਪੜ੍ਹਨ ਦੇ ਸ਼ੌਂਕ ਨੇ ਜਿਹੜਾ ਮੇਰੀ ਹਿੰਮਤ ਨਾ ਹਾਰਨ ਦਿੱਤੀ। ਇਸ ਕਰਕੇ ਮੈਂ ਹਰ ਤਰ੍ਹਾਂ ਦੇ ਔਖੇ ਸੌਖੇ ਹਾਲਾਤਾਂ ਦਾ ਸਾਹਮਣਾ ਬੜੀ ਹਿੰਮਤ ਨਾਲ ਕਰਦੀ ਹੋਈ ਮੈਂ ਜਿਹੜਾ ਪੜ੍ਹਾਇਆ ਵੀ, ਸਕੂਲ ਵਿੱਚ ਵੀ ਪੜ੍ਹਾਇਆ, ਕਾਲਜ ਵਿੱਚ ਵੀ ਪੜ੍ਹਾਇਆ ਅਤੇ ਨਾਲ ਨਾਲ ਆਪਣੀ ਪੜ੍ਹਾਈ ਜਿਹੜੀ ਆ ਪ੍ਰਾਈਵੇਟ ਤੌਰ 'ਤੇ ਪੂਰੀ ਕੀਤੀ। ਅਤੇ ਪਲੱਸ ਫਿਰ ਜਦੋਂ ਮੈਨੂੰ ਐਮਫਿਲ ਵਿੱਚ ਯੂਨੀਵਰਸਿਟੀ ਐਡਮਿਸ਼ਨ ਮਿਲ ਗਈ, ਫਿਰ ਮੈਂ ਰੈਗੂਲਰ ਐਮਫਿਲ ਕੀਤੀ, ਫਿਰ ਰੈਗੂਲਰ PhD ਕੀਤੀ। ਇਹ ਸਾਰੀ ਮੇਰੀ ਪੜ੍ਹਾਈ ਜਿਹੜੀ ਹੈ ਐਂਟਰੈਂਸ ਟੈਸਟ ਪਾਸ ਕਰਕੇ ਕੀਤੀ ਗਈ। ਔਰ ਇਸ ਦੌਰਾਨ ਸੰਘਰਸ਼ ਮੇਰਾ ਇਸ ਤਰ੍ਹਾਂ ਦਾ ਰਿਹਾ ਕਿ ਜਦੋਂ ਮੈਨੂੰ ਐਮਫਿਲ ਵਿੱਚ ਦਾਖਲਾ ਮਿਲਿਆ ਯੂਨੀਵਰਸਿਟੀ, ਤਾਂ ਮੇਰੇ ਕੋਲ ਐਡਮਿਸ਼ਨ ਲੈਣ ਵਾਸਤੇ ਪੈਸੇ ਨਹੀਂ ਸੀ ਹੈਗੇ, ਕਿਉਂਕਿ ਫਾਦਰ ਦੀ ਡੈਥ ਹੋਣ ਦੇ ਨਾਲ ਘਰ ਦੇ ਆਰਥਿਕ ਹਾਲਾਤਾਂ ਦਾ ਬਹੁਤ ਮਾੜਾ ਹਾਲ ਹੋ ਗਿਆ। ਪਰ ਮੈਂ ਆਪਣੀ ਸਤਿਕਾਰਯੋਗ ਮਾਂ ਨੂੰ ਸਲਾਮ ਕਰਨਾ ਚਾਹਾਂਗੀ, ਜਿਨ੍ਹਾਂ ਦੇ ਕਰਕੇ ਉਹਨਾਂ ਨੇ ਕੀ ਕੀਤਾ ਕਿ ਵਿਡੋ ਕੰਸੈਸ਼ਨ ਸਰਟੀਫਿਕੇਟ ਬਣਾਇਆ, ਜਿਸ ਦੇ ਥਰੂ ਜਿਹੜੀ ਮੇਰੀ ਫੀਸ ਮਾਫ ਹੋਈ ਅਤੇ ਮੈਂ ਫਿਰ ਐਮਫਿਲ ਦੇ ਵਿੱਚ ਜਿਹੜਾ ਪੜ੍ਹਨ ਦੇ ਯੋਗ ਹੋ ਗਈ। ਇਸ ਤੋਂ ਬਾਅਦ ਇਹ ਮੇਰਾ ਸਮਝ ਲਓ ਕਿ ਕੁਦਰਤ ਨੇ ਹੀ ਸਾਥ ਦਿੱਤਾ ਇੱਕ, ਕਿ ਫੈਲੋਸ਼ਿਪਸ ਨਿਕਲੀਆਂ ਸਿੱਖ ਮਾਈਨੋਰਟੀਜ਼ ਦੀਆਂ। ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿਪ ਵਿੱਚ ਮੈਂ ਸਿਲੈਕਟ ਹੋਈ। ਉਸ ਵਾਸਤੇ ਬੜੀ ਮਿਹਨਤ ਮੁਸ਼ੱਕਤ ਕੀਤੀ। ਕਾਫੀ ਸਟੂਡੈਂਟਸ ਯੂਨੀਵਰਸਿਟੀ ਦੇ ਜਿਹੜੇ ਜਿਨ੍ਹਾਂ ਵਿੱਚੋਂ ਕਿ ਮੇਰੀ ਸਿਲੈਕਸ਼ਨ ਹੋਈ, ਅਸੀਂ 4 ਸਟੂਡੈਂਟਸ ਹਿਸਟਰੀ ਡਿਪਾਰਟਮੈਂਟ 'ਚੋਂ ਸਿਲੈਕਟ ਹੋਏ, ਜਿਨ੍ਹਾਂ ਵਿੱਚ ਇੱਕ ਮੈਂ ਵੀ ਸੀਗੀ। ਔਰ ਇਸ ਫੈਲੋਸ਼ਿਪ ਦੇ ਬੇਸ 'ਤੇ ਫਿਰ ਮੈਂ ਐਮਫਿਲ ਦੀ ਪੜ੍ਹਾਈ ਪੂਰੀ ਕੀਤੀ। ਔਰ ਮੈਂ ਇੰਨੀ ਸ਼ਿੱਦਤ ਅਤੇ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਕਿ 70% ਜਿਹੜੇ ਆ ਮੈਂ ਐਮਫਿਲ ਵਿੱਚੋਂ ਸਕੋਰ ਕੀਤੇ ਮਾਰਕਸ। ਅਤੇ PhD ਦੇ ਵਿੱਚ ਜਿਹੜਾ PhD ਕੋਰਸ ਵਰਕ ਲੱਗਦਾ ਹੈ, ਉਸ ਵਿੱਚ ਮੇਰਾ ਜਿਹੜਾ ਸਭ ਤੋਂ ਪਹਿਲਾ ਸਥਾਨ ਸੀਗਾ, A+ ਗ੍ਰੇਡ ਮੈਨੂੰ ਮਿਲਿਆ। PhD ਕਰਨ ਤੋਂ ਬਾਅਦ ਜਦੋਂ ਮੇਰੇ ਨਾਮ ਨਾਲ ਡਾਕਟਰ ਲੱਗਿਆ, ਤਾਂ ਮਨ 'ਚ ਇਹ ਮੈਂ ਮਹਿਸੂਸ ਕੀਤਾ ਕਿ ਆਪਣੀ ਜਿਹੜੀ ਸਟੱਡੀ ਹੈ ਇਹਨੂੰ ਆਪਣੀ ਜ਼ਿੰਦਗੀ ਦੇ ਅੰਤ ਤੱਕ ਜਾਰੀ ਰੱਖਣਾ। ਸੋ ਇਸ ਕਰਕੇ ਮੈਂ ਆਪਣਾ ਖੋਜ ਜਿਹੜਾ ਕਾਰਜ ਹੈ ਉਹ ਜਾਰੀ ਰੱਖਿਆ। ਹੁਣ ਕੀ ਹੈ ਕਿ ਮੇਰੀਆਂ 12 ਜਿਹੜੇ ਮੇਰੇ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਨੇ, ਇੱਕ ਮੇਰੀ ਜਿਹੜੀ ਆ ਕਿਤਾਬ ਵੀ ਪ੍ਰਕਾਸ਼ਿਤ ਹੋ ਚੁੱਕੀ, ਇੱਕ ਦਾ ਲਿਖਣ ਕਾਰਜ ਮੇਰਾ ਅਜੇ ਚੱਲਦਾ ਪਿਆ। ਸੋ ਮੈਂ ਹਿੰਮਤ ਨਹੀਂ ਹਾਰੀ, ਬਹੁਤ ਮੈਨੂੰ ਸੰਘਰਸ਼ ਦਾ ਸਾਹਮਣਾ ਕਰਨਾ ਪਿਆ, ਆਰਥਿਕ ਸਮੱਸਿਆਵਾਂ ਬਹੁਤ ਆਈਆਂ। ਮੈਨੂੰ ਨਾਲ ਨਾਲ ਇਹ ਵੀ ਰਿਹਾ ਕਿ ਚਲੋ ਮੈਂ ਇੰਨੀ ਮਿਹਨਤ ਕੀਤੀ ਆ, ਮੈਂ ਬਾਰ-ਬਾਰ ਅਪਲਾਈ ਕਰਦੀ ਰਹੀ ਸਰਕਾਰੀ ਨੌਕਰੀ ਵਾਸਤੇ, ਸਕੂਲ ਲੈਵਲ ਵਾਸਤੇ ਸਰਕਾਰੀ ਨੌਕਰੀ ਮੈਨੂੰ ਇਸ ਕਰਕੇ ਨਾ ਮਿਲ ਸਕੀ। ਯੋਗਤਾ ਤਾਂ ਮੈਂ ਰੱਖਦੀ ਸਾਂ, ਪਰ ਸਿਫਾਰਸ਼ਾਂ ਅਤੇ ਰਿਸ਼ਵਤ ਦੇ ਕਾਰਨ ਜਿਹੜਾ ਮੈਂ ਇਸ ਤੋਂ ਪਿੱਛੇ ਰਹੀ, ਕਿਉਂਕਿ ਮੇਰੀ ਇਹ ਸੋਚ ਆ ਕਿ ਮੈਂ ਨਾ ਸਿਫਾਰਿਸ਼ 'ਤੇ ਲੱਗਣਾ, ਨਾ ਮੈਂ ਰਿਸ਼ਵਤ ਦੇਣੀ ਕਿਸੇ ਨੂੰ। ਇਸ ਕਰਕੇ ਮੈਂ ਸਰਕਾਰੀ ਨੌਕਰੀ ਅਜੇ ਤੱਕ ਜਿਹੜੀ ਆ ਲੈ ਨਹੀਂ ਸਕੀ। ਇਸ ਦੌੜ 'ਚ ਮੈਂ ਪਿੱਛੇ ਹੀ ਰਹਿ ਗਈ, ਪਰ ਫਿਰ ਵੀ ਆਪਣਾ ਸੰਘਰਸ਼ ਜਿਹੜਾ ਉਹਨੂੰ ਮੈਂ ਜਾਰੀ ਰੱਖਿਆ। ਮਿਹਨਤ ਮੈਂ ਕਰਦੀ ਰਹੀ ਅਤੇ ਮੈਂ ਕਰਦੀ ਰਹਾਂਗੀ। ਮੈਡਮ, ਤੁਹਾਡੀ ਜੋ ਸਟੋਰੀ ਤੁਸੀਂ ਸੁਣਾਈ ਆ, ਇਸ ਤੋਂ ਇਲਾਵਾ ਜਿਸ ਤਰ੍ਹਾਂ ਸੰਘਰਸ਼ ਕਰਦੇ ਨੇ ਅੱਜ ਕੱਲ੍ਹ ਜੋ ਜਿਨ੍ਹਾਂ ਦੇ ਡਿਗਰੀਆਂ ਕੋਲ ਨੇ, PhD ਕੀਤੀ ਹੋਈ ਆ, ਤੁਹਾਡੇ ਨਾਲ ਹੋਰ ਵੀ ਕਈ ਤੁਹਾਡੇ ਨਾਲ ਹੋਣਗੇ, ਟੀਚਰ ਹੋਣਗੇ, ਪ੍ਰੋਫੈਸਰ ਹੋਣਗੇ, ਜੋ ਕਿ ਤੁਹਾਡੇ ਨਾਲ ਸੰਘਰਸ਼ ਕਰਦੇ, ਉਹਨਾਂ ਬਾਰੇ ਵੀ ਦੱਸੋ ਵੀ ਕੀ ਇੱਕ ਤੁਹਾਡਾ ਗਰੁੱਪ ਵੀ ਬਣਿਆ ਹੋਇਆ 1158, ਉਸ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਪਾਓ। ਬਿਲਕੁਲ ਸਰ, ਉਹ ਤਾਂ ਅੱਜ ਕੱਲ੍ਹ ਸਾਰੇ ਪੰਜਾਬ ਵਿੱਚ ਇੱਕ ਅਹਿਮ ਮੁੱਦਾ ਬਣਿਆ ਹੋਇਆ। ਇਹ ਜਿਹੜਾ 1158 ਸ਼ਬਦ ਬਹੁਤ ਹੀ ਪ੍ਰਸਿੱਧ ਹੋ ਗਿਆ ਸਾਰੇ ਪੰਜਾਬ 'ਚ। ਇਹਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਤਕਰੀਬਨ 1 ਸਾਲ ਹੋ ਗਿਆ, ਪਿਛਲੇ ਸਾਲ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਦੀਆਂ ਜਿਹੜੀਆਂ ਭਰਤੀਆਂ ਇਹ ਕੱਢੀਆਂ ਸੀਗੀਆਂ। ਅਸੀਂ ਸਭ ਨੇ ਜਿਹੜਾ ਤਕਰੀਬਨ 12,000 ਜਿਹੜੇ ਉਮੀਦਵਾਰ ਆ ਇਸ ਦੇ ਵਿੱਚ ਅਪੀਅਰ ਹੋਏ। ਇਹਨਾਂ ਵਿੱਚੋਂ 1158 ਜਿਹੜੇ ਆ ਉਹ ਸਿਲੈਕਟ ਕੀਤੇ ਗਏ, ਜਿਨ੍ਹਾਂ ਵਿੱਚ ਇੱਕ ਮੈਂ ਵੀ ਸੀਗੀ। ਔਰ ਮੇਰੇ ਨਾਲ ਦੇ 1158 ਸਾਥੀ, ਅਸੀਂ ਬੜੇ ਖੁਸ਼ ਸੀਗੇ ਕਿ ਅਸੀਂ ਇਹ ਲਿਖਤੀ ਟੈਸਟ ਪਾਸ ਕੀਤਾ, ਇਸ ਵਾਸਤੇ ਮੈਰਿਟ ਵਿੱਚ ਆਏ। ਜੇ ਮੈਂ ਆਪਣੀ ਪਰਸਨਲ ਤੁਹਾਨੂੰ ਦੱਸਾਂ ਇਹਦੇ ਵਿੱਚ ਸਕੋਰਿੰਗ, ਤਾਂ ਮੇਰੀ BC ਫੀਮੇਲ ਕੈਟਾਗਰੀ ਵਿੱਚ ਮੇਰੇ 6700 ਵਿੱਚੋਂ ਮਾਰਕਸ ਆਏ ਔਰ ਮੈਂ ਆਪਣੀ ਕੈਟਾਗਰੀ ਵਿੱਚ ਟੌਪ ਕੀਤਾ। ਔਰ ਮੇਰੇ ਨਾਲ ਦੇ ਸਾਥੀ ਜਿਹੜੇ ਕਿ ਬਹੁਤ ਹੀ ਅਹਿਮ ਯੋਗਤਾ ਰੱਖਦੇ ਨੇ, ਜਿਨ੍ਹਾਂ ਕੋਲ 골ਡ ਮੈਡਲ ਵੀ ਨੇ, ਜਿਨ੍ਹਾਂ ਨੇ ਬਹੁਤ ਸਾਰੇ ਆਪਣੇ ਜਿਹੜੇ ਰਿਸਰਚ ਪੇਪਰਸ ਪਬਲਿਸ਼ ਕੀਤੇ, ਕਈਆਂ ਕੋਲ ਨੈੱਟ ਆ। ਹੁਣ ਇਹ ਯੋਗਤਾ ਸੀਗੀ ਨੈੱਟ ਜਾਂ PhD, ਔਰ ਨੈੱਟ ਜਾਂ PhD ਜਿਹੜੀ ਆ ਇਹ ਕਰਨੀ ਕੋਈ ਸੌਖੀ ਗੱਲ ਨਹੀਂ ਆ। ਹੁਣ ਜਿਹੜਾ ਇਨਸਾਨ PhD ਕਰਦਾ ਉਹਨੂੰ ਪਤਾ ਉਹਨੂੰ ਕਿੰਨੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ। ਔਰ ਨੈੱਟ ਦਾ ਜਿਹੜਾ ਟੈਸਟ ਹੈ ਨਾ, ਉਹ ਕਦੀ ਇੱਡੀ ਛੇਤੀ ਕਿਤੇ ਕਲੀਅਰ ਨਹੀਂ ਹੁੰਦਾ, ਉਹਦੇ ਵਾਸਤੇ ਵੀ ਦਿਨ ਰਾਤ ਜਾਗਣੇ ਪੈਂਦੇ। ਚੈੱਕ ਟੈਸਟ ਕੀਤਾ ਕਲੀਅਰ? ਨਹੀਂ, ਮੇਰਾ ਨੈੱਟ ਨਹੀਂ ਕਲੀਅਰ ਹੈਗਾ, ਪਰ PhD ਉਹਦੇ ਬਰਾਬਰ ਹੀ ਆ। PhD ਕੋਰਸ ਵਰਕ ਬਾਰੇ ਮੈਂ ਅੱਗੇ ਵੀ ਦੱਸਿਆ ਕਿ ਮੇਰਾ ਉਹਦੇ ਵਿੱਚ ਪਹਿਲਾ ਸਥਾਨ ਰਿਹਾ, ਉਹ ਬਿਲਕੁਲ ਨੈੱਟ ਦੇ ਬਰਾਬਰ ਆ। ਨੈੱਟ ਕਲੀਅਰ ਕਰਨ ਦੀ ਵੀ ਮੈਂ ਕੋਸ਼ਿਸ਼ ਕਰ ਰਹੀ ਹਾਂ, ਉਹ ਵੀ ਮੈਂ ਕਰਕੇ ਹੀ ਰਹਿਣਾ, ਕਿਉਂਕਿ ਮੇਰਾ ਜਿਹੜਾ ਇਹ ਸੰਘਰਸ਼ ਆ, ਮੇਰਾ ਬਹੁਤ ਇੱਕ ਪੁਖਤਾ ਸੰਘਰਸ਼ ਆ। ਇੱਦਾਂ ਮੇਰਾ ਪੱਕਾ ਹੀ ਹੈ ਕਿ ਮੈਂ ਨੈੱਟ ਵੀ ਕਲੀਅਰ ਕਰਨਾ ਔਰ ਮੈਂ ਇਸ ਤੋਂ ਅੱਗੇ ਆਪਣੇ ਫੀਲਡ ਵਿੱਚ ਅੱਗੇ ਵੀ ਵਧਣਾ। ਮੈਂ ਕਿਤਾਬਾਂ ਪ੍ਰਕਾਸ਼ਿਤ ਕਰਨੀਆਂ, ਗੁਰੂ ਸਾਹਿਬਾਨ ਦੇ ਵਸਾਏ ਨਗਰਾਂ ਬਾਰੇ ਸਾਰੀ ਦੁਨੀਆ ਨੂੰ ਜਾਣਕਾਰੀ ਮੈਂ ਦੇਣਾ ਚਾਹੁੰਦੀ ਹਾਂ। ਔਰ ਹੁਣ 1158 ਬਾਰੇ ਜੇ ਆਪਾਂ ਗੱਲ ਕਰ ਰਹੇ ਹਾਂ, ਤਾਂ ਇਹ ਇਸ ਤਰ੍ਹਾਂ ਦਾ ਰਿਹਾ ਸਿਸਟਮ ਕਿ ਪਿਛਲੇ ਸਾਲ ਸਾਡੀ ਸਿਲੈਕਸ਼ਨ ਹੋਈ 1158 ਉਮੀਦਵਾਰਾਂ ਦੀ। ਸਾਨੂੰ ਜਿਹੜਾ ਮੈਰਿਟ ਦੇ ਆਧਾਰ 'ਤੇ ਸਾਡੇ ਵਿੱਚੋਂ 122 ਜਿਹੜੇ ਨੇ
ਉਮੀਦਵਾਰ ਉਹਨਾਂ ਨੂੰ ਸਟੇਸ਼ਨ ਵੀ ਮਿਲੇ ਔਰ 485 ਦੇ ਕਰੀਬ ਜਿਹੜੇ ਜੁਆਇਨਿੰਗ ਲੈਟਰਸ ਮਿਲੀਆਂ, ਸਟੇਸ਼ਨ ਅਜੇ ਮਿਲਨੇ ਸੀਗੇ। ਇਸੇ ਤਰ੍ਹਾਂ ਹੀ ਇੱਕ ਕੈਂਡੀਡੇਟ ਨੇ 5 ਨੰਬਰਾਂ ਦੇ ਤਜਰਬੇ ਪਿੱਛੇ ਸਟੇ ਲਗਵਾਤੀ ਔਰ ਸਾਡੀ ਜਿਹੜੀ ਭਰਤੀ ਆ ਉਹ ਕੋਰਟ ਵਿੱਚ ਲਟਕ ਕੇ ਰਹਿ ਗਈ। ਅਸੀਂ ਬੜੀ ਕੋਸ਼ਿਸ਼ ਕੀਤੀ, ਸ਼ਾਂਤਮਈ ਤਰੀਕੇ ਨਾਲ ਸਰਕਾਰ ਅੱਗੇ ਆਪਣੀ ਗੁਹਾਰ ਲਗਾਈ, ਪੁਕਾਰਾਂ ਕੀਤੀਆਂ ਸਮੇਂ ਦੀ ਕਾਂਗਰਸ ਸਰਕਾਰ ਨੂੰ, ਪਰ ਕਾਂਗਰਸ ਸਰਕਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਲਝ ਕੇ ਰਹਿ ਗਈ ਔਰ ਸਾਡੀ ਭਰਤੀ ਦੀ ਪੈਰਵਾਈ ਉਹਨਾਂ ਨੇ ਨਾ ਕੀਤੀ, ਜਿਸ ਕਰਕੇ ਸਾਡੀ ਭਰਤੀ ਅਦਾਲਤ ਵਿੱਚ ਹੀ ਇਹ ਲਟਕ ਗਈ। ਇਸ ਤੋਂ ਬਾਅਦ ਜਿਹੜਾ ਪੰਜਾਬ ਦਾ ਮਾਹੌਲ ਚੇਂਜ ਹੋਇਆ, ਮਾਰਚ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਔਰ ਮਾਨਯੋਗ ਭਗਵੰਤ ਮਾਨ ਮੁੱਖ ਮੰਤਰੀ ਬਣੇ, ਪਰ ਸਾਡੀ ਭਰਤੀ ਦਾ ਜਿਹੜਾ ਉਸੇ ਤਰ੍ਹਾਂ ਦਾ ਸਿਸਟਮ ਉਸੇ ਤਰ੍ਹਾਂ ਦਾ ਹੀ ਰਿਹਾ। ਅਸੀਂ ਫਿਰ ਵੀ ਜਿਹੜਾ ਸ਼ਾਂਤਮਈ ਤਰੀਕੇ ਨਾਲ ਆਪਣੇ ਮੰਗ ਪੱਤਰ ਜਿਹੜੇ ਪੇਸ਼ ਕੀਤੇ ਸੀ, ਪਹਿਲਾਂ ਸਾਨੂੰ ਯਕੀਨ ਦਿਵਾਇਆ ਗਿਆ ਕਿ ਤੁਹਾਡੀ ਜਿਹੜੀ 1158 ਭਰਤੀ ਨੂੰ ਅਸੀਂ ਪੂਰੀ ਕਰਾਂਗੇ, ਪਰ ਉਸ ਤੋਂ ਵੀ ਜ਼ਿਆਦਾ ਸਾਡੇ ਨਾਲ ਇੰਨਾ ਕੁ ਧੱਕਾ ਹੋਇਆ ਕਿ ਜਿਸ ਤਰ੍ਹਾਂ ਕਹਿ ਲਓ ਕਿਸੇ ਕਦੀ ਸੋਚਿਆ ਵੀ ਨਹੀਂ ਸੀ ਇਸ ਬਾਰੇ ਕਿ ਸਾਡੇ ਨਾਲ ਇਸ ਤਰ੍ਹਾਂ ਹੋਏਗਾ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਸਹਾਇਕ ਪ੍ਰੋਫੈਸਰਾਂ ਦੀ ਜਿਹੜੀ ਇਹ ਭਰਤੀ ਹੈ ਨਾ, ਇਸ ਨੂੰ ਰੱਦ ਕੀਤਾ ਗਿਆ। ਇਸ ਤੋਂ 25 ਸਾਲ ਪਹਿਲਾਂ ਇਹ ਜਿਹੜਾ ਕੋਈ ਭਰਤੀ ਨਿਕਲੀ। ਇੱਕ ਰਵੀ ਸਿੱਧੂ ਵਾਲਾ ਕੇਸ ਚੱਲਦਾ ਸੀਗਾ ਜਿਸ ਦੇ ਉਦੋਂ ਇਹ ਭਰਤੀ ਰੱਦ ਹੋਈ ਸੀ ਪ੍ਰੋਫੈਸਰਾਂ ਦੀ, ਪਰ ਬਾਅਦ ਵਿੱਚ 25 ਸਾਲਾਂ ਬਾਅਦ ਇਹ ਜਿਹੜੀ ਭਰਤੀ ਆਈ ਆ ਇਸ ਨੂੰ ਵੀ ਮਾਨਯੋਗ ਹਾਈ ਕੋਰਟ ਵੱਲੋਂ ਰੱਦ ਕੀਤਾ ਗਿਆ ਔਰ ਰੱਦ ਕਰਨ ਦਾ ਆਧਾਰ ਕੋਈ ਖਾਸ ਨਹੀਂ ਸੀ ਰਿਹਾ। ਠੀਕ ਆ, ਸਾਰਾ ਕੁਝ ਤਕਰੀਬਨ ਕੰਪਲੀਟ ਸੀ, ਪਰ ਜੱਜ ਸਾਹਿਬ ਨੇ ਇਹਦੀਆਂ ਜਿਹੜੀਆਂ ਗਲਤੀਆਂ ਕੱਢਦੇ ਹੋਏ ਇਸ ਨੂੰ ਰੱਦ ਕਰ ਦਿੱਤਾ ਔਰ ਇਹ ਭਰਤੀ ਰੱਦ ਹੋਣ ਤੋਂ ਬਾਅਦ ਅਸੀਂ ਸਾਰੇ ਦੇ ਸਾਰੇ ਜਿਹੜੇ 1158 ਸਾਥੀ ਆ ਨਾ, ਸਾਰੇ ਹੀ ਕਿਸੇ ਨਾ ਕਿਸੇ ਪ੍ਰਕਾਰ ਤੋਂ ਅਸੀਂ ਮੁਸੀਬਤਾਂ 'ਚ ਫਸ ਗਏ। ਮੈਂ ਤੁਹਾਨੂੰ ਦੱਸ ਦਿਆਂ ਕਿ 122 ਸਾਡੇ ਜਿਹੜੇ ਕੈਂਡੀਡੇਟਸ ਕਾਲਜਸ ਵਿੱਚ ਜੌਬ ਕਰ ਰਹੇ ਨੇ, ਜਿਨ੍ਹਾਂ ਨੂੰ ਸਟੇਸ਼ਨ ਮਿਲ ਗਏ ਸੀਗੇ ਸਟੇ ਦੇ ਦੌਰਾਨ ਹੀ, ਪਰ ਉਹਨਾਂ ਦੀ ਹੁਣ ਟ੍ਰੈਜਡੀ ਇਹ ਕਿ ਉਹਨਾਂ ਨੂੰ ਇੱਕ ਖਤਰਾ ਸਤਾਉਣ ਲੱਗ ਪਿਆ ਕਿ ਸਾਨੂੰ ਪਤਾ ਨਹੀਂ ਕਿਹੜੇ ਵੇਲੇ ਕੱਢ ਦੇਣਾ ਭਰਤੀ ਰੱਦ ਹੋਣ ਤੋਂ ਬਾਅਦ। ਜਿਹੜੇ ਅਸੀਂ 485 ਕੈਂਡੀਡੇਟ ਜਿਨ੍ਹਾਂ ਨੂੰ ਅਜੇ ਜੁਆਇਨਿੰਗ ਲੈਟਰਸ ਮਿਲੀਆਂ ਨੇ, ਕਾਲਜ ਹੀ ਮਿਲਨੇ ਸੀਗੇ, ਸਾਨੂੰ ਕੋਈ ਆਸ ਨਹੀਂ ਨਜ਼ਰ ਆਉਂਦੀ ਕਿ ਸਾਨੂੰ ਕੋਈ ਕਾਲਜ ਮਿਲੇਗਾ ਔਰ ਜਿਹੜੇ ਸਾਡੇ ਤੋਂ ਪਿੱਛੇ ਬਾਕੀ ਰਿਮੇਨਿੰਗ ਕੈਂਡੀਡੇਟਸ ਆ ਉਹਨਾਂ ਦੇ ਲਿਸਟਾਂ ਵੀ ਨਹੀਂ ਪਈਆਂ। ਸੋ ਇਹ ਬੜੀ ਵੱਡੀ ਤਰਾਸਦੀ ਆ ਪੰਜਾਬ ਦੇ ਇਤਿਹਾਸ ਵਿੱਚ ਕਿ ਸਹਾਇਕ ਪ੍ਰੋਫੈਸਰਾਂ ਨਾਲ, ਲਾਇਬ੍ਰੇਰੀ ਨਾਲ ਇੰਨਾ ਕੁ ਮਾੜਾ ਸਲੂਕ। ਇਹ ਦੱਸੋ, ਇੰਨੇ ਯੋਗ ਹੋਣ ਦੇ ਬਾਵਜੂਦ ਵੀ ਸਾਨੂੰ ਸੜਕਾਂ 'ਤੇ ਰੁਲਣਾ ਪਿਆ। ਅਸੀਂ ਫਿਰ ਸ਼ਾਂਤੀਮਈ ਪ੍ਰਦਰਸ਼ਨ ਕੀਤੇ, ਸੰਗਰੂਰ ਵਿੱਚ ਧਰਨਾ ਲਗਾਇਆ, ਅਸੀਂ ਲੁਧਿਆਣਾ ਵਿੱਚ ਵੀ ਭਗਵੰਤ ਮਾਨ ਸਾਹਿਬ ਕੋਲ ਗਏ ਕਿ ਸਾਨੂੰ ਜਿਹੜਾ ਤੁਸੀਂ ਸਾਡੀ ਭਰਤੀ ਪੂਰੀ ਕਰੋ, ਕਿਉਂਕਿ ਉਹ ਝੰਡਾ ਚਲਾਉਣ ਆਏ ਸੀਗੇ, ਬਟ ਸਾਡੀ ਗੱਲ ਸੁਣਨ ਦੀ ਬਜਾਏ ਸਾਨੂੰ ਥਾਣਿਆਂ 'ਚ ਬੰਦ ਕਰ ਦਿੱਤਾ ਗਿਆ, ਸਾਨੂੰ ਸੀਐਮ ਦੇ ਕੋਲ ਜਾਣ ਨਹੀਂ ਦਿੱਤਾ ਗਿਆ। ਕੋਈ ਲਾਠੀਚਾਰਜ ਵੀ ਦੱਸਦੇ ਤੁਹਾਡੇ ਤੇ ਕੀਤਾ? ਹਾਂਜੀ ਬਿਲਕੁਲ ਸਰ, ਬਿਲਕੁਲ। ਫਿਰ ਅਸੀਂ ਬਰਨਾਲਾ ਵਿੱਚ ਸਾਡੇ ਮਾਨਯੋਗ ਸਿੱਖਿਆ ਮੰਤਰੀ, ਉਚੇਰੀ ਸਿੱਖਿਆ ਦੇ ਮੀਤ ਹੇਅਰ, ਉਹਨਾਂ ਦੇ ਅਸੀਂ ਜਿਹੜਾ ਹੋਮ ਟਾਊਨ ਦੇ ਵਿੱਚ ਅਸੀਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ। ਸਿਰਫ ਮੀਟਿੰਗ ਹੀ ਲੈਣ ਵਾਸਤੇ ਗਏ ਸੀਗੇ ਅਸੀਂ ਕੈਂਡੀਡੇਟਸ, ਸਾਨੂੰ ਮੀਟਿੰਗ ਦੇਣ ਦੀ ਬਜਾਏ ਸਾਡੇ ਉੱਪਰ ਲਾਠੀਚਾਰਜ ਕੀਤਾ ਗਿਆ। ਲਾਠੀਚਾਰਜ ਕਰਨ ਵੇਲੇ ਇਹ ਕਿਹਾ ਗਿਆ ਜੀ ਸਾਨੂੰ ਸਰਕਾਰ ਵੱਲੋਂ ਹੁਕਮ ਹੈ ਕਿ ਅਸੀਂ ਲਾਠੀਚਾਰਜ ਤੁਹਾਡੇ ਉੱਪਰ ਕਰ ਸਕਦੇ ਹਾਂ। ਹਾਂਜੀ, ਪਰ ਉਸ ਦੇ ਵਿੱਚ ਸਭ ਤੋਂ ਜਿਹੜਾ ਨਕੰਮਾਪਨ ਸਰਕਾਰ ਦਾ ਨਜ਼ਰ ਆਇਆ, ਜੋ ਮੈਨੂੰ ਮੇਰੀ ਪਰਸਨਲ ਵੀ ਗੱਲਬਾਤ ਹੋਈ ਪੁਲਿਸ ਕਰਮਚਾਰੀਆਂ ਨਾਲ, ਉਹ ਇਹ ਨਜ਼ਰ ਆਇਆ ਕਿ ਜਿਹੜੇ ਪੁਲਿਸ ਜੈਂਟਸ ਲੋਕ ਨੇ ਉਹਨਾਂ ਨੇ ਲੇਡੀਜ਼ ਨੂੰ ਕੁੱਟਿਆ ਔਰ ਤੁਸੀਂ ਵੀਡੀਓਜ਼ ਵੀ ਦੇਖੋਗੇ ਕਿ ਸਾਡੇ ਇਸ ਤਰ੍ਹਾਂ ਇੱਕ ਕੈਂਡੀਡੇਟ ਨੇ ਜਿਨ੍ਹਾਂ ਨੇ ਅਮਿਤਾਭ ਬੱਚਨ ਦਾ ਸ਼ੋਅ KBC ਵਿੱਚ 1,60,000 ਰੁਪਇਆ ਜਿੱਤਿਆ। ਉਸ ਲੜਕੀ ਦੀ ਇਸ ਤਰ੍ਹਾਂ ਦੀ ਸੰਘਰਸ਼ਮਈ ਕਹਾਣੀ ਆ ਕਿ ਉਹਦੇ ਫਾਦਰ ਜਿਹੜੇ ਉਸ ਲੜਕੀ ਦੇ ਰੇਹੜੀ ਤੇ ਬੂਟੇ ਵੇਚਦੇ ਆ ਔਰ ਉਹ ਵੀ ਇੰਨੇ ਸਟਰਗਲ ਨਾਲ ਲੜਕੀ ਵਜੀਫਿਆਂ ਪੜ੍ਹੀ ਜਿਸ ਤਰ੍ਹਾਂ ਮੈਂ ਪੜ੍ਹੀ ਹਾਂ ਫੈਲੋਸ਼ਿਪ ਦੇ ਬੇਸ ਤੇ, ਔਰ ਉਸ ਦੀਆਂ ਲੱਤਾਂ ਦੇ ਡੰਡੇ ਵਰਸਾਏ ਗਏ। ਇੱਕ ਸਾਡਾ ਹੈਂਡੀਕੈਪਡ ਕੈਂਡੀਡੇਟ ਡਾਕਟਰ ਜੋਧ, ਉਹਨਾਂ ਦੇ ਉੱਪਰ ਉਹਨਾਂ ਦੀ ਉਸੇ ਲਾਤੇ ਪੁਲਿਸ ਨੇ ਲਾਠੀਆਂ ਮਾਰੀਆਂ ਜਿੱਥੇ ਉਹਨਾਂ ਨੂੰ ਪ੍ਰੋਬਲਮ ਸੀਗੀ। ਸੋ ਇੰਨਾ ਕਿ ਸਾਡੇ ਤੇ ਜ਼ੁਲਮ ਢਾਇਆ ਗਿਆ। ਫਿਰ ਇਸ ਤੋਂ ਬਾਅਦ ਹੱਦ ਹੀ ਵੱਧ ਗਈ ਪੁਲਿਸ ਦੇ ਜ਼ੁਲਮਾਂ ਦੀ, ਜਦੋਂ ਸਾਨੂੰ ਇਹਨਾਂ ਨੇ ਮਹਿਲ ਕਲਾਂ, ਤਪਾ ਤੇ ਭਦੌੜ ਦੇ ਥਾਣਿਆਂ ਵਿੱਚ ਬੰਦ ਕਰਤਾ। ਫਿਰ ਦੇਖੋ ਇੰਨਾ ਕੁ ਅਸੀਂ ਇਹਨਾਂ ਨੂੰ ਕਿਹਾ, ਲੇਡੀਜ਼ ਨੇ ਖਾਸ ਤੌਰ ਤੇ ਗੁਹਾਰ ਕੀਤੀ ਕਿ ਕਈਆਂ ਦੇ ਬੱਚੇ ਛੋਟੇ ਸੀਗੇ ਕਿ ਸਾਨੂੰ ਘਰ ਵਾਪਸ ਭੇਜੋ, ਪਰ ਪੁਲਿਸ ਅਫਸਰ ਸਾਡੇ ਸੁਣਨ ਦੀ ਬਜਾਏ ਸਾਨੂੰ ਕਹਿ ਰਹੇ ਸੀ ਤੁਹਾਡੇ ਤੇ ਪਰਚਾ ਕਰਨਾ। ਸਾਨੂੰ ਧਮਕਾਇਆ ਗਿਆ ਪਰਚਾ ਕਰਨ ਵਾਸਤੇ, ਬੜਾ ਕੁਝ ਸਾਡੇ ਨਾਲ ਕੀਤਾ ਗਿਆ। ਜਦ ਕਿ ਕਾਨੂੰਨਨ ਨਾ 7 ਵਜੇ ਤੋਂ ਬਾਅਦ ਲੇਡੀ ਨੂੰ ਥਾਣੇ ਵਿੱਚ ਨਹੀਂ ਰੱਖ ਸਕਦੇ, ਪਰ ਸਾਨੂੰ ਬੜੀ ਸ਼ਰਮ ਹੁੰਦੀ। ਮੈਨੂੰ ਇਹ ਗੱਲ ਦੱਸਦੇ ਹਾਂ ਕਿ ਸਾਨੂੰ ਲੇਡੀਜ਼ ਨੂੰ ਰਾਤ 12 ਵਜੇ ਫ੍ਰੀ ਕੀਤਾ ਇਹਨਾਂ ਨੇ। ਬਹੁਤ ਹੀ ਇਹ ਜ਼ਿੰਦਗੀ 'ਚ ਕਦੀ ਵੀ ਸਾਨੂੰ ਇਹ ਜ਼ੁਲਮ ਭਰਿਆ ਸਮਾਂ ਨਹੀਂ ਭੁੱਲ ਸਕਦਾ। ਔਰ ਫਿਰ ਉਸ ਵੇਲੇ ਸਾਨੂੰ ਛਡਾਇਆ ਜਿਹੜਾ ਕਿਸਾਨ ਯੂਨੀਅਨ ਦੇ ਲੀਡਰਸ ਨੇ ਆ ਕੇ। ਮੈਂ ਉਹਨਾਂ ਦਾ ਮੀਡੀਆ ਰਾਹੀਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੂੰਗੀ। ਡਕੌਂਦਾ, ਉਗਰਾਹਾਂ ਦੇ ਕਿਸਾਨ ਯੂਨੀਅਨ, ਕਿਸਾਨ ਸਾਡੇ ਜਿਹੜੇ ਆ ਸਾਡੇ ਸੀਨੀਅਰ ਆਗੂ, ਜਿਨ੍ਹਾਂ ਨੇ ਸਾਨੂੰ ਥਾਣਿਆਂ ਵਿੱਚ ਪਹੁੰਚ ਕੇ ਸਾਡੀ ਜਿਹੜੀ ਆ ਪੂਰੀ ਹਮਾਇਤ ਕੀਤੀ
ਸਾਨੂੰ ਪੁਲਿਸ ਅਫਸਰਾਂ ਤੋਂ ਛਡਾਇਆ। ਉਹਨਾਂ ਨੇ ਇਹ ਸਾਡੇ ਨਾਲ ਕਿਹਾ ਵੀ ਇਹਨਾਂ ਦੇ ਨਾਲ ਇਹ ਸਾਡੀਆਂ ਧੀਆਂ ਨੇ, ਜੇ ਤੁਸੀਂ ਇਹਨਾਂ ਤੇ ਜ਼ੁਲਮ ਹਟਾਇਆ ਤਾਂ ਫਿਰ ਅਸੀਂ ਸਾਰੇ ਪੰਜਾਬ ਵਿੱਚ ਜਾਮ ਕਰ ਦੇਣਾ, ਅਸੀਂ ਪ੍ਰਦਰਸ਼ਨ ਇਹਨਾਂ ਦੀ ਹੱਕ ਵਿੱਚ ਕਰਾਂਗੇ। ਫਿਰ ਇਸ ਤੋਂ ਬਾਅਦ ਕਿਸਾਨ ਭਰਾਵਾਂ ਨੇ, ਫਿਰ ਵਿਦਿਆਰਥੀ ਜਥੇਬੰਦੀਆਂ ਨੇ ਸਾਡਾ ਸਾਥ ਦਿੱਤਾ ਔਰ ਸਰਕਾਰ ਦੀ ਇਸ ਜਿਹੜੀ ਆ ਜ਼ੁਲਮ ਭਰੀ ਨੀਤੀ ਦੇ ਖਿਲਾਫ ਅਸੀਂ ਕੀ ਸਾਡੇ ਨਾਲ ਬਹੁਤ ਸਾਰੇ ਲੋਕ ਜਿਹੜੇ ਜੁੜ ਗਏ, ਵਿਦਿਆਰਥੀ ਜਥੇਬੰਦੀਆਂ, ਮੁਲਾਜ਼ਮ ਡਿਫੈਂਸ ਕਮੇਟੀਆਂ, ਸਮੂਹ ਜਿਹੜੇ ਪੰਜਾਬ ਦੇ ਕਿਸਾਨ ਯੂਨੀਅਨਸ ਦੇ ਉਹਨਾਂ ਦੇ ਲੋਕ, ਉਹਨਾਂ ਨੇ ਸਾਡਾ ਫਿਰ ਸਾਥ ਦਿੱਤਾ। ਔਰ ਉਸ ਦਾ ਸਾਨੂੰ ਨਤੀਜਾ ਕੀ ਮਿਲਿਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਜਨਤਕ ਬਿਆਨ ਦਿੱਤਾ ਕਿ ਮੈਂ 1158 ਦੀ ਜਿਹੜੀ ਭਰਤੀ ਆ ਪਹਿਲ ਦੇ ਆਧਾਰ ਤੇ ਪੂਰੀ ਕਰਾਂਗਾ। ਅੱਛਾ ਜੀ। ਔਰ ਹੁਣ ਸਾਡੀ ਇਹ ਜਿਹੜੀ ਭਰਤੀ ਹੈ ਨਾ, ਡਬਲ ਬੈਂਚ ਦੇ ਕੇਸ ਸਾਡਾ ਲੱਗਾ ਹੋਇਆ, ਸਰਕਾਰ ਸਾਡੀ LPA ਫਾਈਲ ਕਰੇਗੀ, ਸਾਡਾ ਪ੍ਰੋਸੈਸ ਅੱਗੇ ਚੱਲਣਾ। ਜੇ ਸਰਕਾਰ ਸਾਡੀ ਸਹਾਇਤਾ ਕਰਦੀ ਹੈ, LPA ਫਾਈਲ ਕਰਦੀ ਹੈ ਤਾਂ ਸਾਨੂੰ ਸਟੇ ਮਿਲ ਸਕਦਾ। ਸਟੇ ਮਿਲਣ ਦੇ ਨਾਲ ਅਸੀਂ ਕਾਲਜਿਸ ਸਾਨੂੰ ਮਿਲ ਸਕਦੇ ਨੇ। ਸਾਡੇ ਜਿਹੜੇ ਬਾਕੀ ਕੈਂਡੀਡੇਟ ਨੇ ਲਿਸਟਾਂ ਵੀ ਨਹੀਂ ਪਈਆਂ, ਉਹਨਾਂ ਨੂੰ ਵੀ ਜਿਹੜਾ ਕਾਲਜਿਸ ਵਿੱਚ ਜਗ੍ਹਾ ਮਿਲ ਸਕਦੀ ਆ। ਸੋ ਇਸ ਕਰਕੇ ਸਰਕਾਰ ਨੂੰ ਜਿਹੜਾ ਇਹ ਸਾਡੀ ਭਰਤੀ ਪੂਰੀ ਕਰਨੀ ਹੀ ਪੈਣੀ ਆ, ਕਿਉਂਕਿ ਇਹ ਭਰਤੀ ਇਸ ਤਰ੍ਹਾਂ ਦੀ ਭਰਤੀ ਆ, ਜੇ ਭਰਤੀ ਪੂਰੀ ਨਾ ਹੋਈ ਤਾਂ ਪੰਜਾਬ ਦੀ ਜਿਹੜੀ ਉਚੇਰੀ ਸਿੱਖਿਆ ਬਿਲਕੁਲ ਹੀ ਤਬਾਹ ਹੋ ਜਾਣੀ ਆ। ਪੰਜਾਬ ਦੇ ਕਾਲਜਾਂ ਵਿੱਚ ਜਿਹੜੇ ਗੈਸਟ ਫੈਕਲਟੀ ਕੰਮ ਕਰ ਰਹੇ ਆ ਨਾ, ਸਾਨੂੰ ਵਿਦਿਆਰਥੀ ਲੋਕ ਜਾਂ ਪਤਾ ਲੱਗਦਾ ਸਾਨੂੰ ਕਿ ਕਿਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਜਿਹੜਾ ਪੜ੍ਹਾਈ ਨਹੀਂ ਕਰਾਈ ਜਾ ਰਹੀ, ਉਹਨਾਂ ਦਾ ਲੈਵਲ ਹੀ ਬੜਾ ਡਾਊਨ ਹੋ ਗਿਆ। ਸਾਡੇ ਕੋਲ ਸਭ ਤੋਂ ਵੱਡੀਆਂ ਉਦਾਹਰਨਾਂ ਨੇ। ਕੱਲ ਪਰਸੋਂ ਫਾਜ਼ਿਲਕਾ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਇਸ ਵਾਸਤੇ ਕਿ ਫਾਜ਼ਿਲਕਾ ਦੇ ਸਰਕਾਰੀ ਕਾਲਜ ਵਿੱਚ 2300 ਵਿਦਿਆਰਥੀ ਆ, 2300 ਵਿਦਿਆਰਥੀ ਪਿੱਛੇ 20 ਕੇ 30 ਅਧਿਆਪਕ ਕੰਮ ਕਰ ਰਹੇ ਆ। ਤੇ ਤੁਸੀਂ ਆਪ ਹੀ ਦੱਸੋ ਕਿ ਜਿੱਥੇ ਇਸ ਤਰ੍ਹਾਂ ਦਾ ਮਾਹੌਲ ਹੋਗਾ ਉੱਥੇ ਵਿਦਿਆਰਥੀ ਦਾ ਅਸੀਂ ਕੀ ਭਵਿੱਖ ਬਣਾ ਸਕਾਂਗੇ। ਅਸੀਂ 1158 ਸਾਰੇ ਮੈਰੀਟੋਰੀਅਸ ਆ, ਵੱਧ ਤੋਂ ਵੱਧ ਸਾਡੇ ਕੋਲ ਯੋਗਤਾਵਾਂ ਨੇ। ਮੈਂ ਤਾਂ ਸਿਰਫ ਆਪਣੀਆਂ ਦੱਸੀਆਂ, ਤੁਸੀਂ ਮੇਰੇ ਕੈਂਡੀਡੇਟ ਦੀਆਂ ਸੁਣੋ ਯੋਗਤਾਵਾਂ, ਹੈਰਾਨ ਹੋ ਜਾਓਗੇ ਤੁਸੀਂ ਕਿ ਕੋਈ 골ਡ ਮੈਡਲਿਸਟ ਆ, ਕੋਈ ਕਿਸੇ ਐਸੋਸੀਏਸ਼ਨ ਦਾ ਮੈਂਬਰ ਆ, ਕਈਆਂ ਨੂੰ ਜਿਹੜੀ ਆ ਬਹੁਤ ਹਾਈ ਫਾਈ ਜਿਹੜੀਆਂ ਫੈਲੋਸ਼ਿਪਸ ਮਿਲਦੀਆਂ ਪਈਆਂ, ਕਈਆਂ ਦੇ ਜਰਨਲ ਜਿਹੜੇ ਉਹ ਪਬਲਿਸ਼ ਨੇ। ਮਤਲਬ ਕਹਿਣ ਦਾ ਮਤਲਬ ਕਿ 100% ਯੋਗਤਾ ਰੱਖਦੇ ਉਮੀਦਵਾਰ ਸੜਕਾਂ ਤੇ ਰੁਲ ਰਹੇ ਆ, ਤੇ ਕਾਲਜਾਂ ਦੀ ਜਿਹੜੀ ਆ, ਕਾਲਜਾਂ ਦੀ ਇੰਨੀ ਮਾੜੀ ਹਾਲਤ ਆ ਕਿ ਵਿਦਿਆਰਥੀ ਜਿਹੜੇ ਪੜ੍ਹਾਈ ਨੂੰ ਤਰਸ ਰਹੇ ਆ, ਟੀਚਰਾਂ ਨੂੰ ਤਰਸਦੇ ਪਏ ਆ। ਮੈਂ ਤਾਂ ਹੈਰਾਨ ਸੀ, ਮੈਂ ਕੱਲ ਨਿਊਜ਼ ਦੇਖੀ ਇੱਕ ਕਿ ਸਕੂਲ ਦੇ ਜਿਹੜੇ ਸਟੂਡੈਂਟਸ ਆ, ਲੜਕੀਆਂ ਸੜਕਾਂ ਤੇ ਬੈਠੀਆਂ ਹੋਈਆਂ ਇਸ ਰੋਸ ਵਿੱਚ ਕਿ ਸਾਡਾ ਕੋਈ ਟੀਚਰ ਹੀ ਨਹੀਂ ਹੈਗਾ। ਸੋ ਸਰਕਾਰ ਦਾ ਜਿਹੜਾ ਆਮ ਸਰਕਾਰ ਦਾ ਚੋਣ ਮੈਨੀਫੈਸਟੋ ਵਿੱਚ ਇੱਕ ਅਹਿਮ ਏਜੰਡਾ ਸੀਗਾ ਕਿ ਅਸੀਂ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਾਂਗੇ। ਮੈਂ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਮਾਨ ਸਰਕਾਰ ਨੂੰ ਕਿ ਕਿੰਨਾ ਕੁ ਮਿਆਰ ਤੁਸੀਂ ਉੱਚਾ ਚੁੱਕਿਆ? ਤੁਸੀਂ ਯੋਗਤਾ ਰੱਖਦੇ ਅਧਿਆਪਕਾਂ ਨੂੰ ਭਰਤੀ ਕਰਨ ਦੀ ਬਜਾਏ ਤੁਸੀਂ ਰਿਟਾਇਰਡ ਪ੍ਰੋਫੈਸਰਸ ਨੂੰ ਭਰਤੀ ਕਰ ਰਹੇ ਹੋ, ਜਿਹੜੇ ਆਲਰੇਡੀ ਪੈਨਸ਼ਨਸ ਵੀ ਲੈ ਰਹੇ ਨੇ, ਤੇ ਪਲੱਸ ਉਹਨਾਂ ਨੂੰ 30,000 ਰੁਪਏ ਦਾ ਰੱਖ ਰਹੇ ਹੋ ਕਾਲਜ ਦੇ ਵਿੱਚ। ਤੇ ਕੀ ਗੱਲ ਅਸੀਂ ਨਜ਼ਰ ਨਹੀਂ ਆਉਂਦੇ ਤੁਹਾਨੂੰ? ਅਸੀਂ ਲੋਕ ਇੰਨੀ ਯੋਗਤਾ ਰੱਖਦੇ ਹੋਏ ਸਿਲੈਕਟਡ ਆ, ਅਸੀਂ ਮੈਰਿਟ ਵਿੱਚ ਆਏ ਆ, ਅਸੀਂ ਸੜਕਾਂ 'ਤੇ ਧੱਕੇ ਖਾਂਦੇ ਆ, ਪੁਲਿਸ ਦੀਆਂ ਡਾਂਗਾਂ ਖਾਂਦੇ ਪਏ ਆ, ਥਾਣਿਆਂ ਵਿੱਚ ਅਸੀਂ ਜਿਹੜਾ ਰਾਤਾਂ ਕੱਢਦੇ ਆ, ਜ਼ੁਲਮ ਭਰੀਆਂ ਸਾਡੇ ਨਾਲ ਜਿਹੜੀਆਂ ਨੀਤੀਆਂ ਸਰਕਾਰ ਕਰਦੀ ਆ, ਸਾਡੇ ਤੇ ਪਰਚੇ ਕਰਨ ਦੀਆਂ ਧਮਕੀਆਂ ਹੁੰਦੀਆਂ। ਕਿ ਇਹ ਸਭ ਸੁਣ ਕੇ ਮੀਤ ਹੇਰ ਦਾ ਦਿਲ ਨਹੀਂ ਹਿੱਲਦਾ? ਮੀਤ ਹੇਰ ਮਾਨਯੋਗ ਸਾਡੇ ਉਚੇਰੀ ਸਿੱਖਿਆ ਮੰਤਰੀ ਨੇ, ਮੈਂ ਉਹਨਾਂ ਅੱਗੇ ਇਹ ਜਿਹੜੀ ਆ ਰਿਕਵੈਸਟ ਕਰਨੀ ਚਾਹਾਂਗੀ, ਗੁਹਾਰ ਲਗਾਵਾਂਗੀ ਕਿ ਸਾਡੀ ਇਸ ਭਰਤੀ ਨੂੰ ਉਹ ਜਲਦੀ ਤੋਂ ਜਲਦੀ ਪੂਰਾ ਕਰਨ ਤਾਂ ਕਿ ਉਚੇਰੀ ਸਿੱਖਿਆ ਦਾ ਪੱਧਰ ਜਿਹੜਾ ਇਹਨੂੰ ਉੱਚਾ ਚੁੱਕਿਆ ਜਾ ਸਕੇ। ਜਿਸ ਤਰ੍ਹਾਂ ਮੈਡਮ ਕਾਲੀ ਕਾਂਗਰਸ ਸਰਕਾਰਾਂ ਦੇਖੀਆਂ ਜੇ ਆਪਾਂ, ਔਰ ਆਮ ਆਦਮੀ ਪਾਰਟੀ ਤੇ ਬਹੁਤ ਆਸਾਂ ਉਮੀਦਾਂ ਸੀ ਲੋਕਾਂ ਨੂੰ, ਕਿਉਂਕਿ ਧਰਨਿਆਂ ਮੁਜ਼ਾਹਰਿਆਂ ਦੇ ਵਿੱਚੋਂ ਜਿਹੜੀ ਸਰਕਾਰ ਬਣੀ ਆ ਵੀ ਤੁਹਾਡੇ ਧਰਨੇ ਲਾਉਂਦੇ ਰਹੇ ਹਰ ਜਗ੍ਹਾ ਦੇ, ਇਹਨਾਂ ਦੇ ਪਾਣੀ ਦੀਆਂ ਵਿਛਾੜਾਂ ਹੁੰਦੀਆਂ ਰਹੀਆਂ। ਪਰ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਆ ਧਰਨਿਆਂ ਦਾ ਜਿਹੜਾ ਦੌਰ ਹੈ ਖਤਮ ਕਰ ਦੇਵਾਂਗੇ, ਹਰ ਇੱਕ ਨੂੰ ਕੱਚੇ ਮੁਲਾਜ਼ਮ ਪੱਕੇ ਕਰਾਂਗੇ। ਕਿਸ ਤਰ੍ਹਾਂ ਦੇਖਦੇ ਤੁਸੀਂ ਵੀ ਕਿੰਨੇ ਕੁ ਮੁਲਾਜ਼ਮ ਜਿਹੜੇ ਤੱਕ ਪੱਕੇ ਹੋਏ ਆ? ਹਾਂਜੀ, ਮੈਂ ਤਾਂ ਜੋ ਆਪਣਾ ਪਰਸਨਲ ਐਕਸਪੀਰੀਅੰਸ ਦੇਖਿਆ, ਵਾਅਦੇ ਤੇ ਆਪ ਸਰਕਾਰ ਨੇ ਬਹੁਤ ਕੀਤੇ ਸੀਗੇ। ਮੈਂ ਖੁਦ ਝਾੜੂ ਨੂੰ ਵੋਟ ਪਾਈ ਸੀ, ਇਸ ਕਰਕੇ ਵੋਟ ਪਾਈ ਸੀ ਕਿ ਜਿਹੜਾ ਜੋ ਇਹਨਾਂ ਨੇ ਉਮੀਦਾਂ ਸਾਨੂੰ ਲਗਾਈਆਂ ਜ਼ਰੂਰ ਪੂਰੀਆਂ ਕਰਨਗੇ। ਕਿਉਂਕਿ ਤੁਸੀਂ ਸਰ ਗੱਲ ਕੀਤੀ ਕਾਂਗਰਸ ਤੇ ਅਕਾਲੀਆਂ ਦੀ, ਅਕਾਲੀ ਸਰਕਾਰ ਤੋਂ ਤੇ ਬਿਲਕੁਲ ਵੀ ਕੋਈ ਉਮੀਦਾਂ ਨਹੀਂ ਸੀ, ਕਿਉਂਕਿ ਅਕਾਲੀ ਸਰਕਾਰ ਦੇ ਸਮੇਂ 'ਚ ਕੋਈ ਭਰਤੀ ਨਹੀਂ ਨਿਕਲੀ, ਨਾ ਸਾਨੂੰ ਕੋਈ ਸਰਵਿਸ ਮਿਲੀ ਆ, ਨਹੀਂ ਤਾਂ ਅਸੀਂ ਉਹਨੂੰ ਸੈੱਟ ਨਾ ਹੋ ਜਾਂਦੇ। ਕਾਂਗਰਸ ਸਰਕਾਰ ਵੇਲੇ ਚਲੋ ਜੇ ਭਰਤੀ ਨਿਕਲੀ ਆ, ਇਹ ਮੈਂ ਜ਼ਰੂਰ ਗੱਲ ਕਹਿਣਾ ਚਾਹੂੰਗੀ ਕਿ ਕਾਂਗਰਸ ਸਰਕਾਰ ਨੇ ਭਰਤੀ ਜਿਹੜੀ ਕੱਢੀ ਆ ਨਾ, ਇਹ ਉਦੋਂ ਮੁੱਖ ਮੰਤਰੀ ਚੰਨੀ ਸਾਹਿਬ ਸੀਗੇ, ਚੰਨੀ ਨੇ 45 ਦਿਨਾਂ ਵਿੱਚ ਸਾਰਾ ਉਹਨਾਂ ਨੇ ਇਹ ਪ੍ਰੋਸੈਸ ਪੂਰਾ ਕੀਤਾ। ਭਰਤੀ ਬਿਲਕੁਲ ਇਹ ਟਰਾਂਸਪੇਰੈਂਟ ਆ, ਇਹਦੇ ਵਿੱਚ ਕੋਈ ਇੱਕ ਕਿਸਮ ਦੀ ਬੇਈਮਾਨੀ ਨਹੀਂ ਹੈਗੀ। ਲਿਖਤੀ ਟੈਸਟ ਸੀ ਨਾ, ਇਸ ਕਰਕੇ ਲਿਖਤੀ ਟੈਸਟ ਪਾਸ ਕੀਤਾ, ਜਿਹੜਾ ਮੈਰਿਟ ਵਿੱਚ ਆਇਆ ਉਹ ਹੀ ਸਿਲੈਕਟ ਹੋਇਆ ਹੈ। ਕੋਈ ਹੋਰ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਜੇ ਕਹਿ ਲਓ ਕਿ ਜਾਂ ਕੋਈ ਸਿਫਾਰਿਸ਼ ਚੱਲੀ ਜਾਂ ਰਿਸ਼ਵਤ, ਕੁਛ ਨਹੀਂ ਇਸ ਤਰ੍ਹਾਂ ਦਾ ਹੈਗਾ। ਬਾਅਦ ਵਿੱਚ ਤਾਂ ਦੱਸਿਆ ਜਿਵੇਂ ਸਟੇ ਲੱਗਾ ਇਸ ਭਰਤੀ ਦੇ ਉੱਪਰ, ਤਾਂ ਕਾਂਗਰਸ ਸਰਕਾਰ ਨਾਲ ਨਾਰਾਜ਼ਗੀ ਸਾਡੀ ਤਾਂ ਹੈ ਕਿ ਕਾਂਗਰਸ ਸਰਕਾਰ ਨੇ ਸਾਡੀ ਪੈਰਵਾਈ ਨਹੀਂ ਕੀਤੀ, ਜਦ ਕਿ ਕਾਂਗਰਸ ਸਰਕਾਰ ਨੂੰ ਸਾਡੀ ਪੈਰਵਾਈ ਕਰਨੀ ਚਾਹੀਦੀ ਸੀ। ਜਦੋਂ ਅਸੀਂ ਚੋਣ ਪ੍ਰਚਾਰ ਦੇ ਦੌਰਾਨ ਨਾ ਅਸੀਂ ਕਾਂਗਰਸ ਲੀਡਰਸ ਦੇ ਅੱਗੇ ਆਪਣੇ ਮੰਗ ਪੱਤਰ ਵੀ ਰੱਖੇ, ਤਾਂ ਸਾਨੂੰ ਸਾਡੇ ਕੈਂਡੀਡੇਟਸ ਨੂੰ ਬੜੀ ਬੁਰੀ ਤਰ੍ਹਾਂ ਭਜਾਇਆ ਗਿਆ
ਕਿ ਰੁਕ ਜਾਓ ਕੋਈ ਗੱਲ ਨਹੀਂ ਬਾਅਦ ਦੇਖਾਂਗੇ ਬੜਾ ਬੁਰਾ ਸਲੂਕ ਕੀਤਾ ਗਿਆ। ਜਦ ਕਿ ਕਾਂਗਰਸ ਦੁਆਰਾ ਨਿਕਲੀ ਭਰਤੀ ਪੂਰੀ ਹੋਣੀ ਚਾਹੀਦੀ ਸੀ। ਉਸ ਤੋਂ ਬਾਅਦ ਆਮ ਸਰਕਾਰ ਤੋਂ ਉਮੀਦਾਂ ਲੱਗੀਆਂ। ਜਦੋਂ ਇਹਨਾਂ ਨੇ ਚੋਣ ਪ੍ਰਚਾਰ ਇਸ ਤਰੀਕੇ ਨਾਲ ਕੀਤਾ, ਕੇਜਰੀਵਾਲ ਸਰ ਨੇ, ਮਾਨ ਸਰ ਨੇ, ਬਹੁਤ ਵਧੀਆ ਤਰੀਕਾ ਸੀ। ਅਸੀਂ ਇੰਪ੍ਰੈਸ ਹੋ ਗਏ ਕਿ ਚਲੋ ਕੋਈ ਨਹੀਂ, ਸਾਡੀਆਂ ਉਮੀਦਾਂ ਪੂਰੀਆਂ ਹੋਣਗੀਆਂ। ਇਸ ਕਰਕੇ ਮੈਂ ਸੱਚਾਈ ਜੇ ਕਿ ਆਮ ਪਾਰਟੀ ਲੋਕਾਂ ਨੇ ਮੈਂ ਵੀ ਝਾੜੂ ਨੂੰ ਵੋਟ ਪਾਈ। ਇਸ ਕਰਕੇ ਚਲੋ ਮੇਰੀ ਜਿਹੜੀ ਭਰਤੀ ਆ ਪੂਰੀ ਹੋਏਗੀ, ਮੈਂ ਮਤਲਬ ਕਿ ਗਵਰਨਮੈਂਟ ਜੋਬ ਦੇ ਵਿੱਚ ਆਵਾਂਗੀ। ਕੀ ਹੋਇਆ ਜੇ ਕਾਂਗਰਸ ਸਰਕਾਰ ਨਹੀਂ ਪੈਰਵਾਈ ਕਰ ਸਕੀ ਤਾਂ ਨਵੀਂ ਸਰਕਾਰ ਜਿਹੜੀ ਇਹ ਜ਼ਰੂਰ ਕਰੇਗੀ। ਪਰ ਸਾਡੀਆਂ ਸਾਰੀਆਂ ਉਮੀਦਾਂ ਤੇ ਉਦੋਂ ਪਾਣੀ ਫਿਰ ਗਿਆ ਜਦੋਂ ਸਾਨੂੰ ਵੀ ਧਰਨੇ ਲਾਉਣੇ ਪਏ, ਪ੍ਰਦਰਸ਼ਨ ਜਿਹੜੇ ਅਸੀਂ ਕੀਤੇ, ਫਿਰ ਸਾਡੇ ਤੇ ਲਾਠੀ ਚਾਰਜ ਕੀਤਾ ਗਿਆ। ਇੱਕ ਪਾਸੇ ਮਾਨ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਸਰਕਾਰ ਵਿੱਚ ਧਰਨੇ ਨਹੀਂ ਲੱਗਣ ਦੇਵਾਂਗਾ, ਧਰਨੇ ਲੱਗਣਗੇ, ਭੈਣਾਂ ਦੀਆਂ ਚੁੰਨੀਆਂ ਨਹੀਂ ਫਟਣਗੀਆਂ। ਬਿਲਕੁਲ ਸਾਡੇ ਨਾਲ ਲੁਧਿਆਣੇ ਉਹ ਕੁਛ ਹੋਇਆ, ਤੁਹਾਨੂੰ ਵੀਡੀਓ ਦਿਖਾ ਸਕਦੇ ਆ, ਧਰਨੇ ਵੀ ਲੱਗੇ, ਸਾਡੀਆਂ ਚੁੰਨੀਆਂ ਵੀ ਫਟੀਆਂ, ਪੱਗਾਂ ਵੀ ਲੱਥੀਆਂ ਸਾਡੇ ਸਾਥੀਆਂ ਦੀਆਂ। ਫਿਰ ਇਹ ਗੱਲਾਂ ਕਿੱਥੇ ਪੂਰੀਆਂ ਗਈਆਂ? ਮੈਡਮ ਕੀ ਮਨਸਾ ਸਰਕਾਰਾਂ ਦੀ ਫਿਰ, ਜੇ ਅਕਾਲੀ ਨਾ ਅਕਾਲੀ ਸਰਕਾਰ ਵੇਲੇ ਵੀ ਆਪਾਂ ਕਹਿੰਦੇ ਆ ਵੀ ਸਾਡੀ ਸਿੱਖ ਪੰਥੀ ਸਰਕਾਰ ਆ, ਉਹਦੇ ਵਿੱਚ ਵੀ ਇਹੋ ਹਾਲਾਤ, ਕਾਂਗਰਸ ਵੇਲੇ ਵੀ ਇਹੋ ਹਾਲਾਤ ਤੇ ਆਮ ਪਾਰਟੀ ਵਾਲੀ ਹਾਲਾਤ, ਫਿਰ ਆਪਾਂ ਕਿਹੜੀ ਸਰਕਾਰ ਤੇ ਆਪਾਂ ਆਸ ਰੱਖਦੇ ਹਾਂ ਕਿ ਭਵਿੱਖ ਵਿੱਚ ਜਿਹੜੇ ਬੱਚੇ ਸਾਡੇ ਜਿਹੜੇ ਇਸ ਤਰ੍ਹਾਂ ਜਿਹੜੇ ਜਿਹੜੀਆਂ ਵੱਡੀਆਂ ਡਿਗਰੀਆਂ ਲਈ ਫਿਰਦੇ ਨੇ, ਕਿਦੋਂ ਇਨਸਾਫ ਮਿਲੂਗਾ ਸਾਨੂੰ? ਸਰਕਾਰਾਂ ਦੇ ਤਾਂ ਮੈਂ ਤੁਹਾਨੂੰ ਜੋ ਮੇਰੇ ਐਕਸਪੀਰੀਅੰਸ ਦੱਸਦੇ ਨੇ ਕਿ ਸਰਕਾਰਾਂ ਤੇ ਆਪਣੀ ਰਾਜਨੀਤੀ ਖੇਡਦੀਆਂ। ਹੁਣ ਤੇ ਆਮ ਸਰਕਾਰ ਦੇ ਪੰਜਾਬ ਚੋਣ ਨਾਲ ਵੀ ਚੰਗੀ ਤਰ੍ਹਾਂ ਇਹ ਕਲੀਅਰ ਹੀ ਹੋ ਗਿਆ, ਇਹ ਸਰਕਾਰ ਵੀ ਰਾਜਨੀਤੀ ਖੇਡਣ ਤੋਂ ਪਿੱਛੇ ਨਹੀਂ ਹਟੀ। ਠੀਕ ਹੈ ਨਾ? ਹਾਂ, ਅੱਜ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੀ, ਜਿਸ ਤਰ੍ਹਾਂ ਅੱਜ ਇੱਕ ਬੜਾ ਹੀ ਪਵਿੱਤਰ ਦਿਨ ਆ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ। ਹਾਂਜੀ, ਉਹਨਾਂ ਦਾ ਜਨਮ ਦਿਹਾੜਾ ਹੈ। ਬਹੁਤ ਹੀ ਪ੍ਰਾਖਿਆਤ ਸ਼ੇਰੇ ਪੰਜਾਬ, ਜਿਨ੍ਹਾਂ ਨੂੰ ਤੁਸੀਂ ਦੇਖੋ ਕਿ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਸ਼ਾਹ ਮੁਹੰਮਦ ਨੇ ਇਹ ਕਹਿ ਕੇ ਵਡਿਆਇਆ ਕਿ ਸ਼ਾਹ ਮੁਹੰਮਦ ਦਾ ਜਾਨ 50 ਬਰਸਾਂ ਹੱਛਾ ਰੱਜ ਕੇ ਰਾਜ ਕਮਾਏ ਗਿਆ। ਸੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਇੱਕ ਵਾਰ ਬਾਦਲ ਨੇ ਵੀ ਕੀਤੀ ਸੀ। ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਮਾਣਯੋਗ ਮੁੱਖ ਮੰਤਰੀ ਸੀ। ਉਹਨਾਂ ਹੋਰਡਿੰਗ ਵੀ ਮੈਂ ਲੱਗੀਆਂ ਦੇਖੀਆਂ ਸੀਗੀਆਂ ਕਿ ਬਾਦਲ ਦਾ ਰਣਜੀਤੀ ਰਾਜ। ਬਾਦਲ ਸਾਹਿਬ ਨੇ ਦਾਅਵਾ ਕੀਤਾ ਸੀ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰਾਂਗਾ, ਪਰ ਉਹਨਾਂ ਦੇ ਰਾਜ ਵਿੱਚ ਬਿਜਲੀ ਮਹਿੰਗੀ, ਵਿਦਿਆ ਮਹਿੰਗੀ ਹੋ ਗਈ, ਔਰ ਲੋਕਾਂ ਨੇ ਰੋਸ ਵਜੋਂ ਇਹ ਲਾਈਨਸ ਬਣਾ ਲਈਆਂ ਕਿ ਬਾਦਲ ਦਾ ਰਣਜੀਤੀ ਰਾਜ, ਮਹਿੰਗੀ ਵਿਦਿਆ, ਮਹਿੰਗਾ ਇਲਾਜ। ਬਾਦਲ ਸਰਕਾਰ ਕੋਲ ਕਮਿਟਮੈਂਟ ਪੂਰੀ ਨਾ ਹੋ ਸਕੀ। ਇਸੇ ਤਰ੍ਹਾਂ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਚੋਣਾਂ 'ਚ ਖੜੇ ਸੀ, ਬੜਾ ਕੁਝ ਬੋਲਦੇ ਸੀਗੇ, ਉਦੋਂ ਬੜੀਆਂ ਐਗਜ਼ਾਮਪਲ ਦਿੰਦੇ ਸੀਗੇ। ਪਰ ਅੱਜ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੀ ਹਾਂ ਕਿ ਜੇ ਉਹਨਾਂ ਵਰਗਾ ਰਾਜ ਅੱਜ ਪੰਜਾਬ 'ਚ ਹੁੰਦਾ ਨਾ ਤਾਂ ਸਾਡੇ ਵਰਗੇ ਨੂੰ ਨਿਆਂ ਜ਼ਰੂਰ ਮਿਲਣਾ ਸੀ। ਸਾਡੀ ਭਰਤੀ ਅਦਾਲਤਾਂ 'ਚ ਨਹੀਂ ਸੀ ਲਟਕਣੀ। ਮਹਾਰਾਜਾ ਰਣਜੀਤ ਸਿੰਘ ਇਹੋ ਜਿਹਾ ਪੰਜਾਬ ਦਾ ਸ਼ਾਸਕ ਸੀਗਾ ਕਿ ਜਿਹੜਾ ਆਮ ਸਿਵਲ ਡਰੈਸ ਵਿੱਚ ਵੀ ਜਾ ਕੇ ਗਰੀਬਾਂ ਦੀ, ਲੋੜਵੰਦਾਂ ਦੀ ਮਦਦ ਕਰਦਾ ਸੀ। ਪਰ ਹੁਣ ਸਰਕਾਰ ਨੇ ਵੇਖੋ ਸਾਨੂੰ ਖੁਦ ਨਹੀਂ ਗਰੀਬ ਕਰਦਾ। ਜੇ ਮੇਰੀ ਹੁਣ ਤੁਸੀਂ ਸਟਰਗਲ ਦੀ ਕਹਾਣੀ ਦੇਖੋ, ਇੰਨੀ ਮੈਂ ਡਿਗਰੀਆਂ ਮੇਰੇ ਕੋਲ ਨੇ, ਮੈਂ ਇੰਨੀਆਂ ਡਿਗਰੀਆਂ ਪਾਸ ਕੀਤੀਆਂ, ਇੰਨੀ ਯੋਗਤਾ ਹੋਣ ਦੇ ਬਾਵਜੂਦ ਵੀ, ਤੇ ਮੈਂ ਦੇਖੋ ਘਰ ਵਿਹਲੀ ਬੈਠੀ ਹਾਂ, ਬੇਰੁਜ਼ਗਾਰ। ਜੇ ਮੈਂ ਕਿਤੇ ਪ੍ਰਾਈਵੇਟ ਜੌਬ ਕਰਨ ਦੀ ਕੋਸ਼ਿਸ਼ ਕੀਤੀ ਵੀ ਚਲੋ ਭਰਤੀ ਰੱਦ ਹੋ ਗਈ ਆ, ਹੁਣ ਘਰ ਤੇ ਚਲਾਉਣਾ ਹੀ ਆ ਨਾ, ਪਰ ਉੱਥੋਂ ਹੀ ਮੈਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਜੀ ਤੁਸੀਂ 1158 ਜੇ ਤੁਹਾਡਾ ਕੇਸ ਚੱਲਦਾ ਪਿਆ ਹੈ ਤੇ ਤੁਹਾਡਾ ਕੋਈ ਪਤਾ ਤੁਸੀਂ ਕਿਹੜੇ ਵੇਲੇ ਭੱਜ ਜਾਣਾ, ਇਸ ਕਰਕੇ ਤੁਹਾਨੂੰ ਨੌਕਰੀ ਤੇ ਨਹੀਂ ਰੱਖ ਸਕਦੇ। ਹੁਣ ਅਸੀਂ ਸਾਰੇ ਰਸਤੇ ਬੰਦ ਹੋ ਗਏ ਮੇਰੇ ਵਾਸਤੇ। ਸਰਕਾਰ ਨੇ ਪਹਿਲੀ ਨੌਕਰੀ ਸਾਡੀ ਛਡਾਤੀ। ਦੂਸਰਾ ਕੀ ਆ ਕਿ ਸਾਨੂੰ ਜਿਹੜਾ ਪ੍ਰਾਈਵੇਟ ਕੋਈ ਰੱਖਦਾ ਨਹੀਂ ਪਿਆ। ਤੀਸਰਾ ਕੀ ਆ, ਘਰ ਵਿੱਚ ਘਰ ਚਲਾਉਣ ਜੋਗਾ ਕੋਈ ਸਾਧਨ ਨਹੀਂ ਆ। ਇਸ ਕਰਕੇ ਹੁਣ ਮੈਂ ਇਹ ਸਰਕਾਰ ਨੂੰ ਸਵਾਲ ਕਰਨਾ ਚਾਹੁੰਦੀ ਹਾਂ ਕਿ ਮੈਂ ਹੁਣ ਕਿੱਧਰ ਜਾਵਾਂ, ਮੈਂ ਕੀ ਕਰਾਂ? ਮੈਨੂੰ ਮੁੱਖ ਮੰਤਰੀ ਸਾਹਿਬ ਜਵਾਬ ਦੇਣ, ਜੋ ਕਹਿੰਦੇ ਸੀ ਕਿ ਅਸੀਂ ਸਿੱਖਿਆ ਨੂੰ ਬਹੁਤ ਇੰਪੋਰਟੈਂਸ ਦੇਵਾਂਗੇ, ਨਵੀਆਂ ਭਰਤੀਆਂ ਕਰਾਂਗੇ, ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਜੋ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ। ਹੁਣ ਮੈਨੂੰ ਮੁੱਖ ਮੰਤਰੀ ਕੋਲ ਜਵਾਬ ਚਾਹੀਦਾ ਤੇ ਸਿੱਖਿਆ ਮੰਤਰੀ ਕੋਲੋਂ ਜਵਾਬ ਚਾਹੀਦਾ ਕਿ ਮੈਂ ਤੁਹਾਡੇ ਸਾਹਮਣੇ ਦੇਖੋ, ਮੈਂ ਰੋਲ ਰਹੀ ਹਾਂ, PhD ਆ ਮੇਰੇ ਕੋਲ, ਮੈਂ ਡਾਕਟਰ ਹਾਂ, ਕੀ ਮੈਂ ਨਾਂ ਦੀ ਡਾਕਟਰ ਦੇਵਾਂਗੀ ਸਾਰੀ ਉਮਰ? ਕੀ ਮੈਨੂੰ ਕੋਈ ਕਾਲਜ ਮਿਲੇਗਾ ਕਿ ਨਹੀਂ ਮਿਲੇਗਾ? ਥੋੜਾ ਜਿਹਾ ਕਿ ਤੁਸੀਂ ਕੋਈ ਪ੍ਰਾਈਵੇਟ ਜੌਬ ਕੀਤੀ ਇਸ ਸਮੇਂ ਦੇ ਦੌਰਾਨ? ਹਾਂਜੀ, ਪ੍ਰਾਈਵੇਟ ਜੌਬ ਮੈਂ ਪਹਿਲਾਂ ਪ੍ਰਾਈਵੇਟ ਹੀ ਕਰਦੀ ਸਰ। ਇਹ ਭਰਤੀ 'ਚ ਆਉਣ ਤੋਂ ਪਹਿਲਾਂ ਮੈਂ ਫੱਤੂ ਢਿੰਗਾ ਬੇਬੇ ਨਾਨਕੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਪੜ੍ਹਾਉਂਦੀ ਸੀਗੀ। ਉੱਥੋਂ ਦਾ ਮੈਂ ਤੁਹਾਨੂੰ ਹਾਲ ਸੁਣਾ ਦਿੰਦੀ ਹਾਂ ਕਿ ਪਹਿਲਾਂ ਤੇ ਕੰਟਰੈਕਟ ਬੇਸ ਸੀਗਾ, ਗੁਰੂ ਨਾਨਕ ਯੂਨੀਵਰਸਿਟੀ ਦਾ ਕਾਲਜ ਆ। ਬਾਅਦ 'ਚ ਕੋਵਿਡ ਕਰਕੇ ਕੰਟਰੈਕਟ ਖਤਮ ਕਰਤਾ ਗਿਆ ਤੇ ਸਾਨੂੰ ਪਾਰਟ ਟਾਈਮ 'ਚ ਕਰਤਾ। ਪਾਰਟ ਟਾਈਮ ਦੀ ਜੌਬ ਇੰਨੀ ਤੁਹਾਨੂੰ ਦੱਸਾਂ ਕਿ ਸੰਘਰਸ਼ਮਈ ਕਹਿ ਸਕਦੇ ਹੋ ਕਿ 3 ਮਹੀਨੇ ਕੰਮ ਕਰੋ, 3 ਮਹੀਨੇ ਤੁਸੀਂ ਕਾਲਜ ਦਾ ਕੰਮ ਵਿਦਆਊਟ ਪੇ ਕਰੋ। ਅੱਛਾ, ਪੇ ਨਹੀਂ ਦੇਣੀ ਉਹਨਾਂ ਨੇ ਤੁਹਾਨੂੰ, ਸਿਰਫ ਸਮੈਸਟਰ ਜਿਵੇਂ 6 ਮਹੀਨਾ ਹੁੰਦਾ ਨਾ, 2.5-3 ਮਹੀਨੇ ਤੁਹਾਨੂੰ ਬੁਲਾਉਣਗੇ, ਤੁਸੀਂ ਲੈਕਚਰ ਬੇਸ ਤੇ ਲੈਕਚਰ ਲੈਣੇ, ਜਿਸ ਤਰ੍ਹਾਂ ਮਜ਼ਦੂਰ ਦਿਹਾੜੀ ਕਰਦੇ ਆ ਨਾ, ਬਿਲਕੁਲ ਉਹ ਹਿਸਾਬ। ਤੇ ਜੇ ਯੂਨੀਵਰਸਿਟੀ ਪੁੱਛੇ ਜਾ ਕੇ ਸਾਨੂੰ ਕਹਿੰਦੇ ਆ ਵੀ ਤੁਹਾਨੂੰ ਤੇ ਤੁਸੀਂ ਕਿਰਾਏ ਦੇ ਟੀਚਰ ਹੋ, ਦੇਖੋ ਸਾਡੀ ਹਾਲਤ ਹੈ ਕਿ ਤੁਸੀਂ ਕਿਰਾਏ ਦੇ ਟੀਚਰ ਹੋ, ਤੁਸੀਂ ਗੈਸਟ ਫੈਕਲਟੀ ਹੋ, ਜਾਂ ਤੁਸੀਂ ਜਿਹੜਾ ਲੈਕਚਰਰ ਹੋ, ਪਾਰਟ ਟਾਈਮ ਲੈਕਚਰਰ ਹੋ, ਤੇ ਇਸ ਕਰਕੇ ਜਿਹੜੀ ਆ ਤੁਹਾਡੀ ਇਸ ਤਰ੍ਹਾਂ ਦੀ ਹੀ ਜੋਬ ਆ। ਸੋ ਸਾਨੂੰ ਇੰਨੀ ਸ਼ਰਮ ਆਉਂਦੀ ਆ ਕਿ ਇੰਨਾ ਪੜ੍ਹ ਲਿਖ ਕੇ ਵੀ ਸਾਨੂੰ ਇਸ ਤਰ੍ਹਾਂ ਦਾ ਟ੍ਰੀਟਮੈਂਟ ਮਿਲਦਾ। ਮੈਡਮ ਅਕਸਰ ਆਪਾਂ ਦੇਖਦੇ ਹਾਂ ਸਰਕਾਰੀ
ਦਾਇਰਿਆਂ ਦੇ ਬਾਹਰ ਲਿਖਿਆ ਹੁੰਦਾ ਬੇਟੀ ਪੜ੍ਹਾਓ ਬੇਟੀ ਬਚਾਓ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜੀ? ਹਾਂਜੀ, ਬੇਟੀ ਪੜ੍ਹਾਓ ਤੇ ਬੇਟੀ ਬਚਾਓ ਕਹਿਣ ਨੂੰ ਤਾਂ ਬਹੁਤ ਵਧੀਆ ਲੱਗਦਾ, ਠੀਕ ਹੈ ਨਾ। ਵੇਖੋ ਗੱਲ ਹੁੰਦੀ ਆ ਕਿ ਗੱਲ ਕਹਿਣੀ ਤੇ ਕਮਾਉਣੀ। ਗੱਲ ਕਹਿਣੀ ਬਹੁਤ ਆਸਾਨ ਆ। ਹੁਣ ਬੇਟੀ ਬਾਰੇ ਤੁਸੀਂ ਨੰਨੀ ਸ਼ਾਮ ਹੋਏ ਮਜਾਨ ਦੇ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਨੂੰਹ ਨੇ ਹਰਸਿਮਰਤ ਬਾਦਲ, ਉਹਨਾਂ ਨੇ ਵੀ ਚਲਾਈ ਸੀਗੀ। ਹਾਂਜੀ। ਪਰ ਉਸ ਤੋਂ ਜੇ ਵੇਖੀਏ ਬੜੀਆਂ ਮੁਹਿੰਮਾਂ ਚੱਲੀਆਂ, ਬੜਾ ਕੁਛ ਦੇਖਦੇ ਲੇਡੀਜ਼ ਦੇ ਹੱਕ ਵਿੱਚ, ਪਰ ਤੁਸੀਂ ਮੈਨੂੰ ਖੁਦ ਦੱਸੋਗੇ ਉੱਤੇ ਕੋਈ ਕੰਟਰੋਲ ਹੋਇਆ? ਜਿੰਨਾ ਕੋਸ਼ਿਸ਼ ਕੀਤੀ ਗਈ ਅੱਜ ਉਹਨਾਂ ਜਿਹੜਾ ਭਰੂਣ ਹੱਤਿਆ ਹੋ ਰਹੀ ਆ। ਹਸਪੀਟਲ ਬਾਹਰ ਲਿਖਿਆ ਹੁੰਦਾ ਕਿ ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਹੁੰਦਾ, ਪਰ ਇਹ ਅਖਬਾਰਾਂ 'ਚ ਇਹਦੇ ਉਲਟ ਖਬਰਾਂ ਪੜ੍ਹਦੇ ਆ ਕਿ ਦੇਖੋ ਜੀ ਫਲਾਣੇ ਥਾਂ ਤੇ ਹਸਪੀਟਲ ਛਾਪਾ ਪਿਆ ਤੇ ਟੈਸਟ ਕਰਦੇ ਪਏ ਸੀ। ਕੀ ਕੰਟਰੋਲ ਆ ਸਾਡਾ? ਦੇਖੋ, ਜੇ ਤੁਸੀਂ ਕਿਹਾ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਤੁਹਾਡੇ ਸਾਹਮਣੇ ਇੱਕ ਬੇਟੀ ਬੈਠੀ ਪੰਜਾਬ, ਬੇਟੀ ਪੜ੍ਹੀ ਲਿਖੀ ਬੇਟੀ, ਦੇਖੋ ਪੜ੍ਹੀ ਲਿਖੀ ਬੇਟੀ। ਅੱਜ ਇਹੋ ਜਿਹੇ ਕਗਾਰ ਤੇ ਮੈਂ ਪਹੁੰਚ ਗਈ ਆ ਕਿ ਮੈਂ ਜਿਹਨੂੰ ਕਹ ਲਓ ਕਿ ਬੇਵੱਸ ਆ, ਬੇਵੱਸ ਹੋ ਗਈ, ਕੁਛ ਨਹੀਂ ਮੈਂ ਕਰ ਸਕਦੀ। ਸਿਰਫ ਘਰ ਵਿੱਚ ਜਿਵੇਂ ਆਮ ਲੇਡੀਆਂ ਰੋਟੀਆਂ ਪਕਾਉਂਦੇ ਉਤਰਾ ਹੀ ਮੈਂ ਰੋਟੀਆਂ ਬਣਾਉਣੀ, ਖਾਣਾ ਬਣਾਉਣੀ ਆ, ਸਾਰਾ ਦਿਨ ਮੇਰਾ ਇਸ ਤਰ੍ਹਾਂ ਨਿਕਲ ਜਾਂਦਾ। ਘਰੇਲੂ ਲੇਡੀਜ਼ ਤੇ ਪੜ੍ਹੀ ਲਿਖੀ ਲੇਡੀ ਵਿੱਚ ਕੋਈ ਅੰਤਰ ਨਾ ਰਿਹਾ? ਨਹੀਂ, ਕੋਈ ਅੰਤਰ ਨਹੀਂ, ਬਿਲਕੁਲ। ਮੈਨੂੰ ਲੱਗਦਾ ਕਿ ਮੈਂ ਇਸ ਤਰ੍ਹਾਂ, ਮੈਨੂੰ ਲੱਗਦਾ ਕਿ ਮੇਰੀ ਜਿਹੜੀ ਹੈ ਪੜ੍ਹਾਈ ਲਿਖਾਈ, ਮੇਰੀਆਂ ਡਿਗਰੀਆਂ, ਉਹਨਾਂ ਦਾ ਕੋਈ ਮੁੱਲ ਨਹੀਂ ਪਿਆ। ਕੋਈ ਲੱਖਾਂ ਰੁਪਏ ਤੁਸੀਂ ਲਾ ਕੇ ਜਿਹੜੀਆਂ ਡਿਗਰੀਆਂ ਹਾਸਲ ਕੀਤੀਆਂ, ਹਾਂਜੀ, ਕਦੀ ਮਨ ਵਿੱਚ ਅਫਸੋਸ ਲੱਗਦਾ ਨਾ ਵੀ ਕਿਤੇ ਨਾ ਕਿਤੇ ਵੀ ਜੇ ਅਸੀਂ ਕੋਈ ਡਿਜ਼ਾਈਨਿੰਗ ਦਾ ਕੰਮ ਹੀ ਸਿੱਖ ਲੈਂਦੇ ਜਾਂ ਕੋਈ ਆਪਣੇ ਕੋਈ ਹੋਰ ਵੀ ਕੰਮ ਸਿੱਖ ਲੈਂਦੇ ਜਿਹਦੇ ਨਾਲ ਆਪਣੀ ਰੋਜੀ ਰੋਟੀ ਵਧੀਆ ਢੰਗ ਨਾਲ ਚਲਾ ਸਕਦੇ ਸਾਂ, ਪਰ ਅੱਜ ਕੋਈ ਫਾਇਦਾ ਨਹੀਂ ਹੋਇਆ ਪੜ੍ਹਾਈ ਦਾ? ਬਿਲਕੁਲ ਸਰ, ਮਨ ਵਿੱਚ ਇਹ ਆਉਂਦਾ, ਬਿਲਕੁਲ ਇਹ ਗੱਲ ਆਉਂਦੀ ਮਨ ਵਿੱਚ। ਕਈ ਵਾਰ ਤਾਂ ਇਹ ਸੋਚ ਆਉਂਦੀ ਆ, ਮੈਂ ਤਾਂ ਮੁੱਖ ਮੰਤਰੀ ਦੀ ਸਟੇਟਮੈਂਟ ਬਾਰੇ ਸੋਚਦੀ ਹੁੰਦੀ ਹਾਂ ਕਿ ਭਗਵੰਤ ਮਾਨ ਸਰ ਨੇ ਚੋਣਾਂ ਚੋਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਆਪਣਾ ਵਿਦਿਆਰਥੀ ਕੋਈ ਬਾਹਰ ਨਹੀਂ ਜਾਣ ਦੇਣਾ, ਠੀਕ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਪ੍ਰੈਜ਼ੈਂਟ ਸਿਨੈਰੀਓ ਵਿੱਚ ਸਟੂਡੈਂਟਸ ਬਾਹਰ ਜਾ ਰਹੇ ਨੇ। ਪਰ ਹੁਣ ਜੋ ਸਾਡੇ ਨਾਲ ਹੋਇਆ, ਸਾਡੀ ਵੀ ਸੋਚ ਬਣ ਗਈ ਆ ਵੀ ਅਸੀਂ ਪੰਜਾਬ ਨੂੰ ਹੀ ਕਿਉਂ ਚੁਣਿਆ। ਅਸੀਂ ਵੀ ਵੇਖੋ, ਜੇ ਅਸੀਂ ਫੋਰਨ ਗਏ ਹੁੰਦੇ, ਅਸੀਂ ਵੀ ਕੈਨੇਡਾ 'ਚ ਗਏ ਹੁੰਦੇ, ਭਾਵੇਂ ਉੱਥੇ ਅਸੀਂ ਜਾ ਕੇ ਕੋਈ ਵੀ ਕੰਮ ਕਰਦੇ, ਕੁਝ ਵੀ ਕਰਦੇ, ਮਿਹਨਤ ਕਰਦੇ, ਰੋਜੀ ਰੋਟੀ ਤੇ ਤੁਰਨੀ ਸੀ ਨਾ, ਰੋਜੀ ਰੋਟੀ ਠੀਕ ਹੈ ਨਾ। ਹੋ ਸਕਦਾ ਸੀ ਇੰਨੇ ਕੇਪੇਬਲ, ਇੰਨੇ ਅਸੀਂ ਯੋਗਾ, ਮੈਨੂੰ ਤਾਂ ਆਪਣੀ ਯੋਗਤਾ ਤੇ ਪੂਰਾ ਭਰੋਸਾ ਕਿ ਜੇ ਮੈਂ ਅੱਜ ਫੋਰਨ ਹੁੰਦੀ, ਹੋ ਸਕਦਾ ਮੈਂ ਕਿਸੇ ਯੂਨੀਵਰਸਿਟੀ ਵਿੱਚ ਐਜ਼ ਪ੍ਰੋਫੈਸਰ ਸਿਲੈਕਟ ਹੁੰਦੀ, ਜਾਂ ਉੱਥੋਂ ਯੂਨੀਵਰਸਿਟੀ ਮੈਂ ਕੋਈ ਪੇਪਰ ਪ੍ਰੈਜ਼ੈਂਟ ਕਰ ਰਹੀ ਹੁੰਦੀ। +2 ਕਰਕੇ ਆਈਲੈਟਸ ਕਰਕੇ ਤੇ ਬਾਹਰ ਜਾ ਰਹੇ। ਹਾਂਜੀ, ਤੇ ਅਸੀਂ ਦੇਖੋ ਇੱਥੇ ਇੰਨੇ ਪੜ੍ਹੇ ਲਿਖੇ ਹੋ ਕੇ ਅਸੀਂ ਸਿਰਫ ਇਸ ਕਰਕੇ ਪੰਜਾਬ ਨੂੰ ਚੁਣਿਆ ਕਿ ਕੋਈ ਗੱਲ ਨਹੀਂ, ਪੰਜਾਬ ਵਿੱਚ ਆਮ ਸਰਕਾਰ ਸਾਡੀ ਗੱਲ ਸੁਣੇਗੀ ਜੇ ਸਾਡੀ ਇਹ ਭਰਤੀ ਹੋਈ ਹੈ। ਹੁਣ ਦੇਖੋ ਮੈਂ ਆਪਣਾ ਤੁਹਾਨੂੰ ਹੋਰ ਵੀ ਇੱਕ ਪੁਆਇੰਟ ਦੱਸਦਾ ਕਿ ਮੇਰੀ ਓਵਰ ਏਜ ਆ, ਠੀਕ ਆ, ਮੈਂ ਓਵਰ ਏਜ ਮੁਤਾਬਕ ਇਸ ਜਿਹੜਾ ਜੌਬ 'ਚ ਅਪਲਾਈ ਨਹੀਂ ਸੀ ਕਰ ਸਕਦੀ, ਪਰ ਮੈਂ ਧੰਨਵਾਦ ਕਰਦੀ ਸਰਕਾਰੀ ਕਾਲਜ ਬਚਾਓ ਮੰਚ ਦਾ, ਉਹਨਾਂ ਨੇ ਏਜ ਵਧਵਾਈ। ਇਸ ਕਰਕੇ ਏਜ ਵਧਵਾਈ ਗਈ ਕਿ ਸਾਡੇ ਕੈਂਡੀਡੇਟ ਜਿਹੜੇ 40+ ਆ, ਤੁਸੀਂ ਇੱਥੋਂ ਹੀ ਦੇਖ ਲਓ ਵੀ ਉਮਰਾਂ ਲੰਘ ਗਈਆਂ ਤੇ ਕੋਈ ਅਜੇ ਤੱਕ ਇਨਸਾਫ ਨਹੀਂ ਮਿਲਿਆ ਤਾਂ ਨਾ ਕੋਈ ਰੋਜ਼ਗਾਰ ਹੀ ਮਿਲਿਆ ਇਸ ਤਰ੍ਹਾਂ ਦਾ, ਜੋ ਕਿ ਡਿਜ਼ਰਵ ਕਰਦੇ ਸੀਗੇ। ਇਸ ਕਰਕੇ ਏਜ ਵਧਵਾਈ ਗਈ। ਜਦੋਂ ਏਜ ਵਧਵਾਈ ਗਈ ਤਾਂ ਮੈਂ ਪ੍ਰੋਸੈਸ ਵਿੱਚ ਆਈ। ਮੈਂ ਵੀ ਦੂਜੇ ਸਾਥੀਆਂ ਵਾਂਗ ਪੂਰੀ ਮਿਹਨਤ ਕੀਤੀ, ਅੱਖਾਂ ਆਪਣੀਆਂ ਗਾਲੀਆਂ, ਦਿਨ ਰਾਤ ਮਿਹਨਤ ਕਰਕੇ ਮੈਂ ਸੋਚਿਆ ਕਿ ਮੈਂ ਟੈਸਟ ਪਾਸ ਕਰਨਾ ਹੀ ਕਰਨਾ, ਕਿਉਂਕਿ ਮੈਨੂੰ ਮੌਕਾ ਮਿਲਿਆ, ਮੇਰੇ ਵਾਸਤੇ ਸੁਨਹਿਰੀ ਮੌਕਾ ਸੀਗਾ, ਇੱਕ ਫਸਟ ਐਂਡ ਲਾਸਟ ਚਾਂਸ, ਪਰ ਉਹ ਵੀ ਅੱਜ ਮੇਰੇ ਹੱਥੋਂ ਚਲ ਗਿਆ। ਹੁਣ ਮੇਰੇ ਕੋਲ ਅੱਗੇ ਸਰਕਾਰੀ ਨੌਕਰੀ ਦਾ ਕੋਈ ਚਾਂਸ ਹੀ ਨਹੀਂ ਹੈਗਾ। ਹੁਣ ਤੁਸੀਂ ਇਹ ਦੱਸੋ ਕਿ ਜਾਂ ਤੇ ਜੇ ਤੁਹਾਨੂੰ ਮੇਰੇ ਥਾਂ ਕੋਈ ਹੋਰ ਹੋਵੇ, ਜਾਂ ਤਾਂ ਮੈਂ ਡਿਪਰੈਸ਼ਨ 'ਚ ਆ ਜਾ, ਜਾਂ ਮੈਂ ਸੁਸਾਈਡ ਕਰ ਲਵਾਂ। ਪਰ ਇਹ ਕੁਦਰਤੀ ਸਮਝਿਆ ਵੀ ਸੁਸਾਈਡ ਨਹੀਂ ਕਰਨਾ, ਸਟਰਗਲ ਕਰਨਾ, ਲੜਨਾ ਵਾ। ਜੇ ਸਾਡੀ ਇਸ ਸਰਕਾਰ ਨੇ ਹੁਣ ਗੱਲ ਨਾ ਸੁਣੀ, ਫਿਰ ਅਸੀਂ ਪੱਕੇ ਧਰਨੇ ਲਗਾਉਣੇ ਆ, ਠੀਕ ਆ। ਸਾਡੇ ਨਾਲ ਅੱਗੇ ਕਾਫੀ ਲੋਕ ਜੁੜ ਚੁੱਕੇ ਪੰਜਾਬ ਦੇ, ਪੱਕੇ ਧਰਨੇ ਲਗਾਵਾਂਗੇ, ਅਸੀਂ ਸੁਪਰੀਮ ਕੋਰਟ ਤੱਕ ਵੀ ਜਾਵਾਂਗੇ। ਅਸੀਂ ਆਪਣੇ ਹੱਕਾਂ ਵਾਸਤੇ ਲੜਨਾ ਹੀ ਆ, ਭਾਵੇਂ ਸਾਨੂੰ ਦੇਖੋ ਲਾਠੀ ਚਾਰਜ ਕਰਨ, ਭਾਵੇਂ ਸਾਨੂੰ ਜੇਲ੍ਹਾਂ 'ਚ ਸੁੱਟ ਦੇਣ। ਸਾਡੀ ਤੇ ਇਹ ਇੱਕ ਪੱਕਾ ਇੱਕ ਸਲੋਗਨ ਕਹਿ ਲਓ ਕਿ ਜਿਹੜੇ ਆ ਹੱਕਾਂ ਲਈ ਜੋ ਲੜਦੇ ਲੋਕ, ਜੇਲ੍ਹਾਂ ਤੋਂ ਨਹੀਂ ਡਰਦੇ ਲੋਕ। ਮੈਡਮ ਆ ਵੀ ਦੱਸਿਓ ਥੋੜਾ ਜਿਹਾ, ਜਿਸ ਤਰ੍ਹਾਂ ਲੇਡੀਜ਼ ਉੱਪਰ ਜੈਂਟਸ ਜਿਹੜੇ ਮੁਲਾਜ਼ਮ ਆ ਉਹ ਲਾਠੀ ਚਾਰਜ ਕਰਦੇ ਆ, ਤੇ ਉੱਥੇ ਬਹੁਤ ਸਾਰੀ ਭਰਤੀ ਜਿਹੜੀ ਆ ਲੇਡੀ ਮੁਲਾਜ਼ਮਾਂ ਦੀ ਵੀ ਹੋਈ ਹੁੰਦੀ ਆ। ਇਸ ਸੰਬੰਧ ਵਿੱਚ ਥੋੜਾ ਦੱਸੋ ਸਾਰੇ ਦਰਸ਼ਕਾਂ ਨੂੰ ਵੀ ਕੀ ਹੋਣਾ ਚਾਹੀਦਾ ਇੱਥੇ। ਇਸ ਸਮਝ ਮੈਂ ਪੁਲਿਸ ਡਿਪਾਰਟਮੈਂਟ ਅੱਗੇ ਇਹ ਕਹਿਣਾ ਚਾਹੂੰਗੀ, ਪਹਿਲੀ ਗੱਲ ਤੇ ਜਿਨ੍ਹਾਂ ਸਰਕਾਰੀ ਅਫਸਰਾਂ ਨੇ ਸਾਡੇ ਲੇਡੀਜ਼ ਕੈਂਡੀਡੇਟਸ ਨੂੰ ਕੁੱਟਿਆ, ਲਾਠੀਆਂ ਬਹੁਤ ਹੀ ਬੁਰੀ ਤਰ੍ਹਾਂ ਕੁੱਟਿਆ, ਤੁਸੀਂ ਵੀਡੀਓ 'ਚ ਦੇਖਿਓ, ਬੜੀ ਬੁਰੀ ਤਰ੍ਹਾਂ ਕੁੱਟਿਆ, ਤਾਂ ਮੈਂ ਇਹ ਕਹਿਣਾ ਚਾਹੂੰਗੀ ਪਹਿਲਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਅਜੇ ਤੱਕ ਕਿਉਂ ਨਹੀਂ ਕੀਤੀ ਗਈ। ਦੂਸਰੀ, ਜੇ ਤੁਸੀਂ ਲੇਡੀਜ਼ ਨੂੰ ਭਰਤੀ ਕੀਤਾ ਪੁਲਿਸ ਡਿਪਾਰਟਮੈਂਟ ਵਿੱਚ, ਕਾਹਦੇ ਵਾਸਤੇ ਕੀਤਾ? ਜੇ ਤੁਸੀਂ ਉਹਨਾਂ ਦੀ ਜਗ੍ਹਾ ਤੁਸੀਂ ਆਪ ਹੀ ਕੁੱਟਣਾ ਹੈ ਤਾਂ ਫਿਰ ਲੇਡੀਜ਼ ਪੁਲਿਸ ਦਾ ਕੀ ਫਾਇਦਾ? ਨਾ ਕਰੋ ਭਰਤੀ, ਫਿਰ ਤਾਂ ਜੈਂਟਸ ਹੀ ਠੀਕ ਨੇ। ਸਾਨੂੰ ਕਿਹਾ ਗਿਆ ਜੀ ਸਰਕਾਰ ਦਾ ਹੁਕਮ ਹੈ, ਅਸੀਂ ਤਾਂ ਤੁਹਾਨੂੰ ਮਾਰ ਰਹੇ ਹਾਂ। ਅੱਛਾ, ਮੈਂ ਉੱਥੇ ਪੁਲਿਸ ਕਰਮਚਾਰੀਆਂ ਨਾਲ ਬਹਿਸ ਕੀਤੀ, ਮੈਂ ਕਿਹਾ ਸਰਕਾਰ ਦਾ ਹੁਕਮ ਇਹ ਨਹੀਂ ਹੈਗਾ ਕਿ ਜੈਂਟਸ ਲੇਡੀਜ਼ ਨੂੰ ਕੁੱਟਣ, ਸਰਕਾਰ ਦੇ ਹੁਕਮ ਵਿੱਚ ਜੇ ਤੁਸੀਂ ਕੁੱਟਣਾ ਹੀ ਹੈ, ਵੈਸੇ ਕੁੱਟਣ ਦਾ ਕੋਈ ਮਤਲਬ ਬਣਦਾ ਹੀ ਨਹੀਂ ਸੀਗਾ ਇਹਨਾਂ ਦਾ। ਜੇ ਸਾਨੂੰ ਤੁਸੀਂ ਲਾਠੀ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰ ਰਹੇ। ਹਾਂ ਬਿਲਕੁਲ। ਹੁਣ ਸਾਨੂੰ ਪੁਲਿਸ ਕਰਮਚਾਰੀ, ਪੁਲਿਸ ਡਿਪਾਰਟਮੈਂਟ ਦਾ ਹੀ ਪਤਾ,
ਉਹ ਵੀ ਲੋਕ ਸਟਰਗਲ ਕਰਦੇ ਪਏ ਨੇ, ਠੀਕ ਆ। ਪਰ ਇਹ ਆ ਕਿ ਇਹ ਸਭ ਤੋਂ ਜ਼ਿਆਦਾ ਮੈਨੂੰ ਇਸ ਗੱਲ ਦਾ ਮਹਿਸੂਸ ਹੋਇਆ, ਦੁੱਖ ਆ ਮੇਰੇ ਮਨ ਵਿੱਚ, ਕਦੀ ਨਹੀਂ ਭੁੱਲੇਗਾ ਕਿ ਪੁਲਿਸ ਜੈਂਟਸ ਨੇ ਲੇਡੀਜ਼ ਨੂੰ ਕੁੱਟਿਆ। ਇਹ ਮੈਡਮ ਦੱਸਿਓ ਥੋੜਾ ਜਿਹਾ ਇਸ ਸੰਬੰਧ ਵਿੱਚ, ਜਿਹੜਾ ਤੁਹਾਡੇ ਲਾਠੀਚਾਰਜ ਹੋਇਆ, ਤੁਹਾਨੂੰ ਰਾਤ ਵੀ ਠਾਣੇ ਰਹਿਣਾ ਪਿਆ ਇੱਕ ਸੰਘਰਸ਼ ਕਰਦੇ ਹੋਏ ਆਪਣੇ ਹੱਕਾਂ ਦੀ ਖਾਤਰ, ਕਿ ਤੁਸੀਂ ਡਿਗਰੀਆਂ ਲਈ ਫਿਰਦੇ ਹੋ ਔਰ ਆਪਣੇ ਹੱਕ ਮੰਗਦੇ ਹੋ ਜੋ ਵੀ ਜਾਇਜ਼ ਨੇ। ਉਸ ਸੰਬੰਧ ਵਿੱਚ ਡੀਜੀਪੀ ਸਾਹਿਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜੋ ਤੁਹਾਡੇ ਉੱਤੇ ਲਾਠੀਚਾਰਜ ਹੋਇਆ, ਇਸ ਸੰਬੰਧ ਵਿੱਚ ਕੁਝ ਆਪਣੇ ਆਪ? ਬਿਲਕੁਲ, ਮੈਂ ਡੀਜੀਪੀ ਪੰਜਾਬ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਦੇਖੋ ਸਰ, ਤੁਸੀਂ ਪੁਲਿਸ ਡਿਪਾਰਟਮੈਂਟ ਦੇ ਹੈੱਡ ਹੋ ਆਲ ਓਵਰ ਪੰਜਾਬ ਦੇ, ਤੇ ਤੁਹਾਨੂੰ ਸੁਧਾਰ ਕਰਨਾ ਚਾਹੀਦਾ ਅਵਸਥਾ ਵਿੱਚ ਥੋੜਾ ਜਿਹਾ। ਤੁਸੀਂ ਵੇਖੋ ਜੇ ਲਾਠੀਚਾਰਜ ਦਾ ਹੁਕਮ ਦਿੰਦੇ ਵੀ ਹੋ ਤਾਂ ਇਹ ਤੁਹਾਨੂੰ ਵੀ ਖੁਦ ਇਹ ਮਤਲਬ ਕਿ ਥੋੜਾ ਇਹ ਨਿਗਰਾਨੀ ਰੱਖਣੀ ਚਾਹੀਦੀ ਆ ਕਿ ਲਾਠੀਚਾਰਜ ਕਿਸ ਪ੍ਰਕਾਰ ਹੋ ਰਿਹਾ, ਕਿ ਲਾਠੀਚਾਰਜ ਵਿੱਚ ਵੀ ਤੁਸੀਂ ਕੀ ਜ਼ੁਲਮ ਕਰ ਰਹੇ ਹੋ, ਤੁਹਾਡੇ ਕਰਮਚਾਰੀ ਕੀ ਜ਼ੁਲਮ ਢਾ ਰਹੇ ਨੇ। ਇਹ ਨਹੀਂ ਹੋਣਾ ਚਾਹੀਦਾ ਕਿ ਲੇਡੀਜ਼ ਜੈਂਟਸ ਨੂੰ ਕੁੱਟਣ, ਮੈਂ ਇਹ ਕਹਿਣਾ ਚਾਹਾਂਗੀ। ਤੇ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਗੁਹਾਰ ਆ, ਇੱਕ ਤੇ ਸਾਡੀ ਜਿਹੜੀ LPA ਫਾਈਲ ਕਰਨ, ਸਾਡਾ ਸਾਥ ਦੇਣ, ਅਦਾਲਤ ਵਿੱਚ ਲੜਕਦੀ ਸਾਡੀ ਭਰਤੀ ਨੂੰ ਬਹਾਲ ਕਰਨ। ਸਰ ਕਰਾ ਸਕਦੇ ਆ, ਆਰਾਮ ਨਾਲ ਕਰਾ ਸਕਦੇ, ਕੋਈ ਚੱਕਰ ਨਹੀਂ। ਸਾਡੀ ਭਰਤੀ ਬਹਾਲ ਕਰਨ। ਕਾਲਜਾਂ ਵਿੱਚ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਦਾ ਅਸੀਂ ਭਵਿੱਖ ਬਣਾਉਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਖੁਦ ਇੰਨੇ ਸੰਘਰਸ਼ ਚੱਲਾਂਗੇ, ਅਸੀਂ ਕਦੀ ਨਹੀਂ ਚਾਹਾਂਗੇ ਕਿ ਵਿਦਿਆਰਥੀ ਨੂੰ ਮਾੜਾ ਪੜ੍ਹਾਈਏ। ਸਾਡੇ ਹੱਥ ਵਿੱਚ ਆਉਣ, ਸਾਡੇ ਕੋਲ ਅਸੀਂ ਤਾਂ ਡਿੱਗਦੇ ਪਏ, ਸਾਡੇ ਕੋਲ ਵਿਦਿਆਰਥੀ ਆਉਣ, ਅਸੀਂ ਉਹਨਾਂ ਦਾ ਫਿਊਚਰ ਬਣਾ ਸਕੀਏ, ਠੀਕ ਹੈ ਨਾ। ਔਰ ਜਿਹੜੇ ਸਰਕਾਰੀ ਕਾਲਜ ਆ ਪੰਜਾਬ 'ਚ, ਉਹਨਾਂ ਦੀ ਇੰਨੀ ਮਾੜੀ ਹਾਲਤ ਆ, ਹੁਣ 64 ਹੋ ਗਏ ਨੇ, ਪਹਿਲਾਂ ਤਾਂ 47 ਸੀ ਪਿਛਲੇ ਸਾਲ। ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਆ। PTA ਫੰਡ ਲੈ ਕੇ ਸਟੂਡੈਂਟਸ ਕੋਲੋਂ ਤੇ ਕਾਲਜ ਨੂੰ ਚਲਾਇਆ ਜਾਂਦਾ। ਦੇਖੋ ਤੁਸੀਂ, ਇਹ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋਏਗੀ ਕਿ ਬੱਚੇ ਫੰਡ ਦੇਣ PTA ਫੰਡ ਤੇ ਉਸ ਬੇਸ ਤੇ ਅੱਗੇ ਕਾਲਜ ਨੂੰ ਚਲਾਇਆ ਜਾਵੇ, ਠੀਕ ਆ। ਔਰ ਦੂਸਰਾ, ਵਿਦਿਆਰਥੀ ਜਿਹੜੇ ਸੈਟੀਸਫਾਈ ਨਹੀਂ ਹੈਗੇ। ਅੰਮ੍ਰਿਤਸਰ ਦੇ ਸਰਕਾਰੀ ਕਾਲਜ, ਤੁਹਾਨੂੰ ਮੈਂ ਹਾਲ ਦੱਸਦਾ, 300 ਸਟੂਡੈਂਟ ਆ ਉੱਥੇ ਇਤਿਹਾਸ ਵਿਭਾਗ 'ਚ। 300 ਸਟੂਡੈਂਟ ਨੂੰ ਇੱਕ ਟੀਚਰ ਪੜ੍ਹਾਉਂਦਾ ਪਿਆ। ਦੇਖੋ ਕਿ 300 ਬੱਚੇ ਨੂੰ ਇੱਕ ਟੀਚਰ ਕੀ ਗਿਆਨ ਦੇ ਦੇਗਾ, ਕੀ ਗਿਆਨ ਦੇਊ। 20-25 ਮਿੰਟ ਅਟੈਂਡੈਂਸ ਲਾਉਣ ਲੱਗੇ ਲੱਗ ਜਾਂਦੇ ਆ। ਸਹੀ ਗੱਲ, ਠੀਕ ਆ। ਇਸੇ ਤਰ੍ਹਾਂ ਗੁਰਦਾਸਪੁਰ ਦੇ ਸਰਕਾਰੀ ਕਾਲਜ 2400 ਸਟੂਡੈਂਟ ਆ, ਉੱਥੇ ਵੀ ਉਹ ਸਟੂਡੈਂਟ ਜਿਹੜੇ ਉਹ ਪੜ੍ਹਾਈ ਨੂੰ ਤਰਸਦੇ ਆ। ਫਿਰ ਇਹ ਵੀ ਬੜੀ ਵੱਡੀ ਤਰਾਸਦੀ ਹੈ ਵੀ ਜਿਹੜਾ ਸਬਜੈਕਟ ਦਾ ਟੀਚਰ ਨਹੀਂ ਨਾ ਹੈਗਾ ਕਾਲਜ ਵਿੱਚ, ਬੱਚਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਸਬਜੈਕਟ ਨਾ ਰੱਖੋ, ਇਹਦੀ ਵੈਲਿਊ ਕੀ ਆ। ਅੱਛਾ, ਜੇ ਅਸੀਂ ਖੁਦ ਹੀ ਇਸ ਤਰ੍ਹਾਂ ਕਰਾਂਗੇ ਤਾਂ ਸਾਡੇ ਸਟੂਡੈਂਟ ਦਾ ਫਿਊਚਰ ਕਿੱਥੇ ਜਾਏਗਾ। ਚਲੋ ਮੈਂ ਇੱਕ ਗੱਲ ਮੰਨਦੀ ਹਾਂ ਕਿ +2 ਕਰਕੇ IELTS ਕਰ ਲਈ ਤੇ ਬਾਹਰ ਚਲ ਗਏ। ਮੈਨੂੰ ਦੁੱਖ ਹੋਰ ਵੀ ਬੜਾ ਇੱਕ ਮਹਿਸੂਸ ਹੁੰਦਾ ਕਿ ਸਕੂਲ 'ਚ ਜਿਹੜਾ ਬੱਚਾ ਐਜੂਕੇਸ਼ਨ ਲੈ ਰਿਹਾ 10ਵੀਂ ਤੋਂ ਬਾਅਦ, ਇੱਥੇ +2 ਕਰਨ ਵਾਸਤੇ ਕਿੱਥੇ ਜਾਏਗਾ, ਠੀਕ ਆ। ਸਰਕਾਰੀ ਕਾਲਜਾਂ ਵਿੱਚ ਜਦੋਂ ਜਾਣ ਦਾ ਕੋਈ ਸੋਚੂਗਾ ਕਿ ਚਲ ਮੈਂ BA ਕਰਕੇ ਬਾਹਰ ਜਾਵਾਂ, ਤਾਂ ਅੱਗੋਂ ਉਹਨਾਂ ਨੂੰ ਟੀਚਰ ਨਹੀਂ ਮਿਲਣੇ ਕਾਲਜਾਂ ਵਿੱਚ, ਅੱਛੀ ਪੜ੍ਹਾਈ ਨਹੀਂ ਮਿਲਣੀ। ਸੋ ਅਸੀਂ ਤਾਂ ਇਹ ਚਾਹਿਆ ਸੀ ਵੀ ਸਾਨੂੰ ਇਹ ਭਰਤੀ ਕਰਨ। ਅਸੀਂ 1158 ਸਾਥੀ ਸਾਡਾ ਇਹ ਪ੍ਰਣ ਆ ਕਿ ਅਸੀਂ ਜਿੱਥੇ ਆਪਣੀ ਜੋਬ ਨੂੰ ਬਚਾਉਣਾ, ਅਸੀਂ ਉਚੇਰੀ ਸਿੱਖਿਆ ਨੂੰ ਵੀ ਬਚਾਉਣਾ। ਸਾਡਾ ਇਹ ਵੀ ਇੱਕ ਅਹਿਮ ਮੁੱਦਾ ਹੈਗਾ ਕਿ ਸਾਡੀ ਜੋਬ ਤਾਂ ਚਲੋ ਅਜੇ ਗਈ ਹੈ, ਲਟਕਦੀ ਪਈ ਅਦਾਲਤ ਵਿੱਚ, ਪਰ ਨਾਲ ਨਾਲ ਅਸੀਂ ਪੰਜਾਬ ਦੀ ਉਚੇਰੀ ਸਿੱਖਿਆ ਦਾ ਪੱਧਰ ਵੀ ਉੱਚਾ ਚੁੱਕਣਾ। ਇਹ ਤਾਂ ਹੀ ਹੋ ਸਕਦਾ ਜੇ ਮਾਨਯੋਗ ਮੁੱਖ ਮੰਤਰੀ, ਮਾਨਯੋਗ ਸਿੱਖਿਆ ਮੰਤਰੀ ਸਾਡਾ ਸਾਥ ਦੇਣਗੇ। ਹਾਂਜੀ, ਇਹ ਸਨ ਡਾਕਟਰ ਅੰਮ੍ਰਿਤ ਕੌਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਉਹਨਾਂ ਨੇ ਆਪਣੀ ਸਾਰੀ ਜੀਵਨ ਦੀ ਹਿਸਟਰੀ ਬਾਰੇ ਆਪ ਜੀ ਨੂੰ ਦੱਸਿਆ ਸਾਰਾ, ਕਿ ਕਿਸ ਤਰ੍ਹਾਂ ਉਹਨਾਂ ਨੇ ਗਰੀਬੀ ਹਾਲਾਤ ਵਿੱਚ, ਜਦ ਉਹਨਾਂ ਦੇ ਪਿਤਾ ਜੀ ਦਾ ਸਾਇਆ ਉਹਨਾਂ ਦੇ ਸਿਰ ਤੋਂ ਉੱਠ ਗਿਆ, ਉਸ ਹਾਲਾਤ ਵਿੱਚ ਵੀ ਕਿਸ ਤਰ੍ਹਾਂ ਸਟਰਗਲ ਕਰਕੇ ਪੜ੍ਹਾਈ ਆਪਣੀ ਕੀਤੀ, ਡਿਗਰੀਆਂ, ਚੰਗੀਆਂ ਡਿਗਰੀਆਂ ਹਾਸਲ ਕੀਤੀਆਂ। ਉਹਨਾਂ ਨੂੰ ਸ਼ੌਂਕ ਸੀਗਾ ਕਿ ਆਪਣੇ ਨੇਮ ਦੇ ਅੱਗੇ ਡਾਕਟਰ ਲੱਗੇ, ਉਹ ਵੀ ਉਹਨਾਂ ਨੇ ਲਿਖਵਾਇਆ। ਉਹਨਾਂ ਦਾ ਸੁਪਨਾ ਸੀ, ਉਹਨਾਂ ਨੇ ਪੂਰਾ ਕੀਤਾ। ਪਰ ਸਰਕਾਰਾਂ ਦੀਆਂ ਨਾਕਾਮੀਆਂ, ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਬੇਟੀ ਪੜ੍ਹਾਓ ਬੇਟੀ ਬਚਾਓ, ਤਾਂ ਜਦ ਕੋਈ ਬੇਟੀ ਚੰਗੀ ਡਿਗਰੀ ਹਾਸਲ ਕਰਕੇ ਆਪਣੇ ਮਕਾਮ 'ਤੇ ਖੜੀ ਹੋ ਜਾਂਦੀ ਆ, ਤਾਂ ਫਿਰ ਅੰਮ੍ਰਿਤ ਕੌਰ ਵਰਗੀਆਂ ਮੈਡਮਾਂ ਜਿਹੜੀਆਂ ਸੰਘਰਸ਼ ਕਰਦੀਆਂ ਨੇ, ਤੇ ਅਸੀਂ ਸਲੂਟ ਕਰਦੇ ਹਾਂ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ, ਜਿਹੜੇ ਕਿ ਇੱਕ ਲੇਡੀ ਉੱਪਰ ਹੱਥ ਚੁੱਕਦੇ ਨੇ, ਉਹਨਾਂ ਦੇ ਲਾਠੀ ਚਾਰਜ ਕਰਦੇ ਨੇ, ਔਰ ਰਾਤ ਭਰ ਥਾਣਿਆਂ ਵਿੱਚ ਰੱਖਿਆ ਜਾਂਦਾ ਹੈ। ਕਿੱਥੇ ਨਾਕਾਮੀਆਂ, ਕਿੱਥੇ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ। ਅੱਜ ਸਾਡਾ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਪੂਰੀ ਤਰ੍ਹਾਂ ਜਕੜਿਆ ਗਿਆ ਹੈ, ਔਰ ਅਕਸਰ ਹੀ ਲੋਕਾਂ ਦੇ ਮਾਂ ਪਿਓ ਇਹੀ ਉਹਨਾਂ ਦਾ ਸੁਪਨਾ ਕਿ ਬੱਚੀ ਨੂੰ ਚਾਹੇ +2 ਹੋਵੇ, ਕਰਾਈ ਜਾਵੇ ਤੇ ਬਾਹਰ ਹੀ ਫੋਰਨ ਭੇਜਿਆ ਜਾਵੇ, ਚਾਹੇ ਉੱਥੇ ਜਾ ਕੇ ਮਿਹਨਤ ਮਜ਼ਦੂਰੀ ਹੀ ਕਰਨੀ ਪਵੇ। ਬਾਕੀ ਪੰਜਾਬ ਵਿੱਚ ਰਹਿ ਗਈਆਂ ਡਾਕਟਰ ਅੰਮ੍ਰਿਤ ਕੌਰ ਵਰਗੀਆਂ, ਜੋ ਕਿ ਆਪਣੇ ਜੀਵਨ ਨਾਲ ਸੰਘਰਸ਼ ਕਰਦੀਆਂ, ਲੰਬੇ ਸਮੇਂ ਤੋਂ ਕਰਦੀਆਂ ਆ ਰਹੀਆਂ ਨੇ। ਲੋੜ ਹੈ ਅੱਜ ਅਜਿਹੀਆਂ ਡਾਕਟਰਾਂ ਦੇ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ, ਕਿ ਜਿੰਨੀਆਂ ਵੀ ਸਰਕਾਰਾਂ ਆਈਆਂ,
ਸਾਰਿਆਂ ਨੇ ਸਬਜ਼ ਬਾਗ ਵਿਖਾ ਕੇ ਤੇ ਵੋਟਾਂ ਹੀ ਵਟੋਰੀਆਂ ਨੇ ਤੇ ਰਾਜ ਤਿਲਕ ਲੈ ਕੇ ਆਪਣੀਆਂ ਸੱਤਾ ਹਾਸਲ ਕੀਤੀ ਹੈ। ਕੋਈ ਵੀ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰ ਸਕੀ ਅੱਜ ਤੱਕ, ਤਾਂ ਹੀ ਤੇ ਅੱਜ ਸਾਡਾ ਜਿਹੜਾ ਪੰਜਾਬ ਦੇ ਜਿਹੜੇ ਟੀਚਰ ਆ, ਪ੍ਰੋਫੈਸਰ ਆ, ਉਹ ਸੜਕਾਂ ਦੇ ਧੱਕੇ ਖਾਂਦੇ ਫਿਰਦੇ ਨੇ, ਸੰਘਰਸ਼ ਕਰਦੇ ਫਿਰਦੇ ਨੇ, ਔਰ ਉਹਨਾਂ ਦੇ ਲਾਠੀ ਚਾਰਜ ਹੁੰਦਾ, ਸਿਰਾਂ ਤੋਂ ਚੁੰਨੀਆਂ ਲੱਥ ਜਾਂਦੀਆਂ, ਗੁੱਤਾਂ ਤੋਂ ਫੜ ਕੇ ਘਸੀਟਿਆ ਜਾਂਦਾ। ਬਹੁਤ ਹੀ ਸ਼ਰਮਨਾਕ ਜੋ ਸਭ ਕੁਝ ਦੇਖਦੇ ਹਾਂ ਆਪਾਂ ਸਾਰੇ ਜਾਣੂ ਆ। ਪੰਜਾਬ ਸਰਕਾਰ ਦੇ ਬੜੀਆਂ ਸਰਦਾਰ ਭਗਵੰਤ ਸਿੰਘ ਮਾਨ ਤੇ ਬੜੀਆਂ ਆਸਾਂ ਉਮੀਦਾਂ ਸੀ ਲੋਕਾਂ ਨੂੰ ਕਿ ਲੋਕਾਂ ਨੇ ਅਕਾਲੀ ਕਾਂਗਰਸ ਸਰਕਾਰਾਂ ਦੇਖ ਲਈਆਂ ਸੀ ਤੇ ਆਮ ਪਾਰਟੀ ਤੇ ਬਹੁਤ ਜ਼ਿਆਦਾ ਆਸ ਰੱਖੀ ਹੋਈ ਸੀ ਕਿ ਆਮ ਪਾਰਟੀ ਆਊਗੀ, ਸਾਨੂੰ ਕੋਈ ਇਨਸਾਫ ਮਿਲੇਗਾ, ਪਰ ਆਮ ਪਾਰਟੀ ਨੇ ਵੀ ਪਹਿਲੀਆਂ ਸਰਕਾਰਾਂ ਦੇ ਵਾਂਗ ਰੂਪ ਧਾਰਨ ਕਰ ਲਿਆ। ਲੋੜ ਆ ਇਹੋ ਜਿਹੇ ਸਟੂਡੈਂਟਾਂ ਵੱਲ ਜੋ ਟੀਚਰ ਨੇ, ਵੱਡੀਆਂ ਵੱਡੀਆਂ ਡਿਗਰੀਆਂ ਜਿਨ੍ਹਾਂ ਦੇ ਕੋਲ ਨੇ, ਉਹਨਾਂ ਵੱਲ ਧਿਆਨ ਦੇਣ ਦੀ। ਹੁਣ ਦੇਖਦੇ ਹਾਂ ਕਿ ਡਾਕਟਰ ਅੰਮ੍ਰਿਤ ਕੌਰ ਦੀ ਆਵਾਜ਼ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਦੀ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਸੰਘਰਸ਼ ਕਰਦੇ ਰਹਿਣਗੇ। ਤਦ ਤੱਕ ਤੁਸੀਂ ਬਣੇ ਰਹੋ ਗੁਰਬਾਣੀ ਖੰਡ ਬਾਣੀ ਦੇ ਨਾਲ। ਧੰਨਵਾਦ।